ਗੜਬੜ ਸਾਰੀ ਗੜਬੜ ਯੂਸਫ ਦੇ ਪੈਰੋਂ ਹੋਈ ਸੀ, ਜਿਸ ਨੂੰ ਘੋੜੀ ਛੱਡਣ ਗਏ ਨੂੰ ਗਿਆਨੋ ਮਾਸੀ ਦੇ ਸਹੁਰੇ ਸੂਬੇਦਾਰ ਦਿਆਲ ਸਿੰਘ ਨੇ ਮੱਲੋ ਜ਼ੋਰੀ ਅਟਕਾ ਲਿਆ ਸੀ। ਲਾਗੀ ਦਾ ਵੀ ਕਿਹੜਾ ਕਸੂਰ ਮੰਨੀਏ, ਮੈਂ ਤਾਂ ਭਲਾ ਮੁੜਨਾ ਹੀ ਮਾਸੀ ਨਾਲ ਸੀ। ਕੁੜਮਾਚਾਰੀ ਵਿੱਚੋਂ ਸ਼ਗਨਾਂ ਦੀ ਸਵਾਰੀ ਲੈ ਕੇ ਆਏ ਕਮੀਣ ਦੀ ਕਵੇਲੇ ਵਾਪਸੀ ਸੂਬੇਦਾਰ ਨੂੰ ਚੰਗੀ ਨਹੀਂ ਲੱਗੀ। ਨਹੀਂ ਬਈ ਮੀਰ, ਦਿਨ ਸੁੱਧ ਨੂੰ ਤੇਰਾ ਐਕਣ ਬੇਵਕਤ ਰੁਖਸਤ ਹੋਣਾ ਸਾਨੂੰ ਸੋਭਾ ਨਹੀਂ ਦਿੰਦਾ। ਯੂਸਫ ਨੂੰ ਮਰਾਸੀ ਸਮਝਦੇ ਤੇ ਬਾਹਰਲੇ ਘਰ ਮੰਜਾ ਡਾਹੁੰਦੇ ਦਿਆਲ ਸਿੰਘ ਨੇ ਜ਼ਿੱਦ ਕੀਤੀ, ਸਰਦਾਰ ਬਹਾਦਰ, ਮੈਂ ਮਰਾਸੀ ਨਹੀਂ, ਮੁਸਲਮਾਨ ਗੁੱਜਰ ਹਾਂ, ਰਾਏਪੁਰ ਦਾ ਮੁਕਾਮੀ ਬਾਸ਼ਿੰਦਾ। ਘੋੜੀ ਨੂੰ ਸਿਧਾਉਣ ਸਿਖਾਉਣ ਕਰਕੇ ਛੱਡਣ ਆ ਗਿਆ। ਬਚਿੱਤਰ ਦੁਰਲੱਭ ਸਿਉ ਨਾਲ ਮੇਰਾ ਭਾਈਆਂ ਵਾਲਾ ਮੁਲਾਜ਼ਾ ਜੋ ਹੋਇਆ। ਗੁੱਜਰ ਨੇ ਗਿਆਨੋ ਦੇ ਪਰਿਵਾਰ ਨਾਲ ਆਪਣਤ ਜ਼ਾਹਿਰ ਕਰਦਿਆਂ ਦੱਸਿਆ, ਉਸ ਦੀ ਦਾਰੂ ਦਰਮਲ ਤੇ ਮਹਾਂਪ੍ਰਸ਼ਾਦ ਨਾਲ ਖੂਬ ਖਾਤਰਦਾਰੀ ਹੋਈ। ਫੌਜੀ ਨੇ ਆਪਣਾ ਮੰਜਾ ਵੀ ਉਸ ਦੇ ਬਰਾਬਰ ਡਾਹ ਲਿਆ। ਦੂਜੇ ਤੀਜੇ ਹਾੜੇ ਨਾਲ ਸੂਬੇਦਾਰ ਦੇ ਪੈਰ ਚੁੱਕੇ ਗਏ। ਉਹ ਸਾਰੇ ਦਾ ਸਾਰਾ ਯੂਸਫ ਉੱਪਰ ਵਿਸ ਜਾਣਾ ਲੋਚਦਾ, ਸ਼ਹਿਦ ਵਰਗੀਆਂ ਗੱਲਾਂ ਕਰਦਾ। ਅਖੀਰ ਅਜੀਬ ਸਰੂਰ ਵਿੱਚੋਂ ਬੋਲਿਆ, ਸਾਡੇ ਸਿੱਧੇ ਸਾਗ ਬਚਨ ਸਿੰਘ ਨੂੰ ਕੁੱਲ ਬਟਾ ਕੁੱਲ ਸਿਆੜ ਕਿੰਨੇ ਆਉਂਦੇ ਨੇ? ਦੇਖੀ ਖਾਨ, ਤੂੰ ਮੂੰਹ ਆਪਣਾ ਤਾਂ ਖੋਲ੍ਹੀ ਜੇ ਸੱਚ ਉਗਲਣਾ ਹੋਇਆ। ਕੰਬਦੇ ਹੱਥਾਂ ਨਾਲ ਦਾਰੂ ਦਾ ਪੈਗ ਬਣਾਉਂਦੇ ਦਿਆਲ ਸਿੰਘ ਵੱਲ ਦੇਖਦਾ ਯੂਸਫ ਸੁੰਨ ਹੋ ਗਿਆ। ਵਿਆਹ ਸੰਪੂਰਨ ਹੋਣ ਮਗਰੋਂ ਅਜਿਹੀ ਪੁੱਛਗਿੱਛ ਦਾ ਅਰਥ ਕੀ ਸੀ, ਉਸਨੇ ਸੋਚਿਆ। ਸਿੱਧੇ ਟੇਢੇ ਸਾਕ ਵਾਲੀ ਸ਼ੰਕਾ ਤੁਸੀਂ ਆਪਣੇ ਦਿਲ 'ਚੋਂ ਕੱਢ ਦਿਓ ਸਰਦਾਰ ਸਾਹਿਬ। ਇਹ ਲਾਣਾ ਅੱਜ ਦਿਨ ਬੰਦ ਮੁੱਠੀ ਵਾਂਗੂ ਇਕੱਠਾ ਹੈ। ਤੁਹਾਡੇ ਸਾਹਿਬਜ਼ਾਦੇ ਨੂੰ ਹਮੇਸ਼ਾ ਹੱਥੀਂ ਛਾਵਾਂ ਕਰਨਗੇ ਸਾਰੇ। ਮੇਰ ਤੇਰ ਉਸ ਟੱਬਰ ਨੇ ਕਦੇ ਨਹੀਂ ਰੱਖੀ। ਯੂਸਫ ਨੇ ਸੰਕੋਚ ਨਾਲ ਕਿਹਾ, ਯਾਰ ਮੀਰ, ਸੱਚੀ ਖਾਨ ਸਾਹਿਬ, ਮੇਰੀ ਗੱਲ ਨੂੰ ਇਉਂ ਮਿੱਟੀ ਘੱਟੇ ਰੋਲਣ ਲਈ ਮੈਂ ਥੋੜ੍ਹਾ ਆਖਿਆ। ਅਸੀਂ ਤਾਂ ਬੰਦ ਮੁੱਠੀ ਖੋਲ੍ਹਣੀ ਹੈ। ਤੂੰ ਹਿੱਸੇ ਬਹਿੰਦੇ ਸਿਆੜਾਂ ਦੀ ਗਿਣਤੀ ਮੈਨੂੰ ਬਿੱਗਿਆਂ ਕਨਾਲਾਂ 'ਚ ਦੱਸ, ਜੇ ਕੋਈ ਇਲਮ ਹੈਗਾ ਤੈਨੂੰ। ਸੂਬੇਦਾਰ ਥੋੜ੍ਹਾ ਹੋਰ ਉੱਭਰਿਆ ਤਾਂ ਗੁਲਾਬ ਮਾਰਕਾ ਗੋਲੀ ਵਾਲਾ ਸੋਡਾ ਮਿਲਾ ਕੇ ਲਾਏ ਦੇਸੀ ਸ਼ਰਾਬ ਦੇ ਹਾੜੇ ਮਗਰੋਂ ਆਇਆ ਡਕਾਰ ਉਸ ਦੇ ਸੰਗ ਵਿੱਚ ਅੜਕਦਾ ਜਾਪਿਆ। 2-2.5 ਮੁਰੱਬਿਆਂ ਦੇ ਮਾਲਕ ਨੇ ਦੋਨੋਂ ਭਾਈ। ਬਿੱਗਿਆਂ ਕਨਾਲਾਂ 'ਚ ਮਿਣਤੀ ਕਰਨ ਵਾਲੀ ਇਹ ਸਾਮੀ ਨਹੀਂ ਮਾਈ ਬਾਪ। ਪੱਕਾ ਖਿਡਾਰੀ ਯੂਸਫ ਥੋੜ੍ਹੇ ਕੀਤੇ ਪੂਰੇ ਤੇਜ਼ ਤਰਾਰ ਬੰਦੇ ਨੂੰ ਵੀ ਵਾਰੇ ਨਾ ਆਉਣ ਦਿੰਦਾ। ਦੂਜੀ ਸਵੇਰ ਉਹ ਵਾਪਸ ਰਾਏਪੁਰ ਪਹੁੰਚਿਆ ਤਾਂ ਠੀਕਰੀ ਵਾਲੀਆਂ ਵੱਲੋਂ ਮਿਲਿਆ ਲਾਗ ਅਤੇ ਮਾਵਾ ਲੱਗਿਆ ਕੰਬਲ ਲੈ ਕੇ ਸਿੱਧਾ ਸਾਡੇ ਨਾਨਕਿਆਂ ਦੇ ਘਰ ਗਿਆ। ਉਸਨੇ ਬਚਿੱਤਰ ਸਿੰਘ ਅੱਗੇ ਤਹਿ ਖੋਲ੍ਹੀ ਤਾਂ ਭੂਰੇ ਦੇ 2 ਟੁਕੜੇ ਉਸ ਦੇ ਹੱਥ ਵਿੱਚ ਆ ਗਏ, ਜਿਵੇਂ 6 ਅੱਡੋ ਅੱਡ ਟੁਕੜੇ ਪ੍ਰੈਸ ਕਰਕੇ ਮੋਮੀ ਕਾਗਜ਼ ਵਿੱਚ ਪੈਕ ਕੀਤੇ ਹੋਣ। ਪਤਾ ਨਹੀਂ ਕਿਹੜੇ ਵੇਲਿਆਂ ਵਿੱਚ ਕਿਹੜੇ ਬਜਾਜ ਪਾਸੋਂ ਚੱਲਿਆ ਹੋਵੇਗਾ ਉਹ ਭੂਰਾ। ਕਿੰਨੇ ਲੋਕਾਂ ਦੀਆਂ ਕਿੰਨੀਆਂ ਰਿਸ਼ਤੇਦਾਰੀਆਂ ਵਿੱਚ ਹੱਥੋਂ ਹੱਥੀ ਘੁੰਮਦਾ ਯੂਸਫ ਕੋਲ ਪਹੁੰਚਿਆ ਹੋਵੇਗਾ। ਕੋਲ ਖੜੋਤੀ ਜ਼ੁਲੈਖਾ ਨੇ ਚਿਤਾਰਿਆ। ਹੱਸਦੇ ਹੋਏ ਯੂਸਫ ਨੇ ਇੱਕ ਲੰਬਾ ਪਖਾਣਾ ਮਾੜੇ ਚੰਗੇ ਲੋਕਾਂ ਬਾਰੇ ਪਾਇਆ। ਬਾਜੇ ਬਾਜੇ ਬੰਦੇ ਕਾ ਤੋ ਸੁਬਹ ਉਠ ਨਾਮ ਲੀਜੈ, बाजे बाजे बंदे के नाम की कसम है, बाजे बाजे बंदे की दाढ़ी का करोड़ मुੱਲ, बाजे बाजे बंदे की मुੱਛ ही भस्म है। मामे किधरे गुस्से भी ना हो जाण, इसलिए उसने धीरज भाव नाल आख्या, हूँ थोड़ी कुड़मणी तो निंदणयोग लगती नहीं, बड़ी दानी जनानी है। वो तो वीर बचिੱਤਰ सिया भुल चुक हो गई होऊ। लगता सी इस तो अगे गुज्जर सिफतां छोएगा, पर हुण उसने ਜ਼ਮੀਨ ਜਾਇਦਾਦ ਬਾਰੇ ਕੀਤੀ ਪੁੱਛ ਪੜਤਾਲ ਵਾਲਾ ਤਵਾ ਧਰ ਲਿਆ, ਜਿਸ ਨੂੰ ਸੁਣਦੇ ਨਾਨਾ ਚਰਨ ਸਿੰਘ ਨੇ ਮੂੰਹ ਜਿਹਾ ਵਿਗਾੜ ਕੇ ਉਸ ਨੂੰ ਵਰਜਿਆ। ਕੁਛ ਧਰਿਆ ਢਕਿਆ ਵੀ ਰਹਿਣ ਦੇਵੇਂਗਾ ਕਿ ਅੱਜੇ ਸਾਕਾਂ ਦੇ ਸਾਰੇ ਪਰਦੇ ਫੋਲ ਦੇਣੇ? ਵੱਡਾ ਨਾਨਾ ਉਸ ਦੇ ਮੂੰਹ ਵਿੱਚ ਆਪਣਾ ਹੱਥ ਦੇਣਾ ਚਾਹੁੰਦਾ।
मैं क्या थोड़े मूहरे सच उगलछना मेरा फर्ज बनता चाचा जी। शर्मिंदा होया यूसुफ सफाई देनी चाहता। मैं तुहानूं दसां बूढ़ी बहुत नेक बख्त औरत है, एवें कहीए। उस रब दी बंदी ने कोई पुट्ठी सीधी गल नहीं की। गुज्जर रुकिया नहीं, जरा को टेढ़ वट गया। नौकरां चाकरां लागियां तत्थियां राहीं खुफिया जानकारी खिंचदा इंसान भला अंदरों किन्ना हल्का होछा होवेगा। ਗਿਆਨੋ ਦੀ ਸੱਸ ਆਪ ਰੋਟੀ ਲੈ ਕੇ ਬਾਹਰਲੇ ਘਰ ਆਈ ਹੀ ਸੀ ਜਦੋਂ ਉਖੜਦੇ ਪੈਰਾਂ ਨਾਲ ਦਿਆਲ ਸਿੰਘ ਨੇ ਇੱਕ ਬੱਕਰਾ ਬੁਲਾਉਂਦਿਆਂ ਆਖਿਆ, ਅੱਜ ਤੇਰਾ ਕੇਵਲ ਸਿਉਂ 1.5 ਮੁਰੱਬੇ ਦਾ ਮਾਲਕ ਬਣ ਗਿਆ ਸੂਬੇਦਾਰ ਨੀਏ। ਬੁੱਢੇ ਬੋਕ ਵਾਂਗ ਮਿਆਂਕ ਦੇ ਫੌਜੀ ਨੇ ਮਾਈ ਨੂੰ ਜੱਫੀ ਵਿੱਚ ਭਰਨ ਦੀ ਕੋਸ਼ਿਸ਼ ਕੀਤੀ, ਪਰ ਫਿੱਟੇ ਮੂੰਹ ਦੁਰਫਿੱਟੇ ਮੂੰਹ ਆਖਦੀ ਫੌਜਣ ਇੱਕਦਮ ਬਾਹਰ ਨਿਕਲ ਗਈ। ਮੁਸਕੜੀਆਂ ਹੱਸਦੇ ਯੂਸਫ ਨੂੰ ਸਾਂਗਾ ਲਾਉਂਦਾ ਦੇਖ ਕੇ ਵੱਡਾ ਨਾਨਾ ਮੁੜ ਭੜਕਿਆ। ਗਿੱਲੇ ਥੋਂ ਪਈ ਜ਼ਬਾਨ ਨੂੰ ਕਿਉਂ ਕੁੱਤੇ ਵਾਂਗੂ ਚਲਾਈ ਜਾਂਦਾ? ਸ਼ਰਾਬੀ ਦਾ ਦਿਮਾਗ ਠਿਕਾਣੇ ਥੋੜ੍ਹਾ ਹੁੰਦਾ। ਸੋਫੀ ਹੋਏ ਸਾਕ ਨੇ ਜੇ ਸਵੇਰੇ ਅੰਮ੍ਰਿਤ ਵੇਲੇ ਕੁਛ ਮੰਦਾ ਚੰਗਾ ਆਖਿਆ ਤਾਂ ਬੇਸ਼ੱਕ ਬਕਦੇ। ਨਾਨਾ ਚਰਨ ਸਿੰਘ ਨੇ ਚਿਹੜਾਂ ਕਰਦੇ ਯੂਸਫ ਨੂੰ ਉਹ ਟੋਟਕਾ ਵੀ ਸੁਣਾਇਆ ਜਿਸ ਅਨੁਸਾਰ ਸ਼ਰਾਬ ਦੇ ਨਸ਼ੇ ਵਿੱਚ ਝੂਲਦਾ ਕੋਈ ਜੱਟ ਹਾਥੀ ਉੱਪਰ ਬੈਠੇ ਮਹਾਰਾਜਾ ਰਣਜੀਤ ਸਿੰਘ ਨੂੰ ਘੇਰ ਕੇ ਖੜ੍ਹ ਗਿਆ ਸੀ। ਪਰ ਦੂਜੇ ਦਿਨ ਸੋਫੀ ਹੋਇਆ ਉਹੀ ਬੰਦਾ ਤਰਲੇ ਕਰਨੋਂ ਨਹੀਂ ਸੀ ਹਟਦਾ। ਵੱਡੇ ਨਾਨੇ ਵੱਲੋਂ ਦੜਕਿਆ ਯੂਸਫ ਤਾਂ ਆਪਣੀ ਘਰਵਾਲੀ ਜ਼ੁਲੈਖਾ ਨਾਲ ਭਾਜੀ ਲੈ ਕੇ ਖੁਸ਼ੀ ਪਰਤ ਗਿਆ। ਪਰ ਸਾਡੇ ਨਾਨਕੇ ਪਰਿਵਾਰ ਵਿੱਚ ਖਲਬਲੀ ਮਚ ਚੁੱਕੀ ਸੀ। ਸਾਊ ਨਾਨਾ ਇੱਕਦਮ ਉੱਠਿਆ ਅਤੇ ਕਾਲੇ ਕਦਮੀ ਬਾਹਰਲੇ ਘਰ ਵੱਲ ਭੱਜਿਆ ਜਿਵੇਂ ਉਸਦੇ ਪੇਟ ਵਿੱਚ ਵੱਟ ਪੈ ਰਿਹਾ ਹੋਵੇ। ਦੀਪੇ ਨੇ ਪਿੱਛੇ ਜਾ ਕੇ ਦੇਖਿਆ ਉਹ ਨਿਆਈ ਵਾਲੇ ਅੰਬ ਹੇਠ ਪਿਆ ਆਪ ਮੁਹਾਰੇ ਬੋਲੀ ਜਾ ਰਿਹਾ ਸੀ। ਥਿਆ ਮਟਾਉਣ ਖਾਤਰ ਖੂਹ ਵੱਲ ਨੂੰ ਗਏ ਸੀ, ਗਾਹਾਂ ਜਾ ਕੇ ਦੇਖਿਆ ਖੂਹ ਸੁੱਕਾ ਪਿਆ। ਦੁਨੀਆ ਗਰਕ ਕਿਉਂ ਨਹੀਂ ਹੋ ਜੂ ਯਾਰੋ? ਇੰਨੀ ਬੇਵਸਾਹੀ, ਇੰਨਾ ਲਾਲਚ। ਛੱਪੜ ਦਾ ਗੰਧਲਿਆ ਪਾਣੀ ਪੀਤਾ ਗਿਆ। ਡਾਕਟਰ ਬੁਲਾਉਣਾ ਪਿਆ। ਜੇ ਕਿਲੇ ਵਾਲਾ ਸਿੱਖ ਡਾਕਟਰ ਸ਼ਰਾਬ ਵਰਗੀ ਦਵਾਈ ਨਾ ਪਿਲਾਉਂਦਾ ਤਾਂ ਹੌਲਕੇ ਨਾਲ ਹੀ ਬਚਨ ਸਿੰਘ ਨੇ ਅਗਲੇ ਜਹਾਨ ਤੁਰ ਜਾਣਾ ਸੀ। ਬਈ ਇੰਨਾ ਭੁੱਖਾ ਸ਼ੈਤਾਨ ਟੱਬਰ ਨਹੀਂ ਦੇਖਿਆ। ਵੱਡੀ ਮਾਸੀ ਕੈਲੋ ਨੇ ਆਨੰਦ ਕਾਰਜ ਤੋਂ ਬਾਅਦ ਦੀ ਉਸ ਘਟਨਾ ਨੂੰ ਚਿਤਾਰਦਿਆਂ ਆਖਿਆ, ਜਦੋਂ ਕੇਵਲ ਸਿੰਘ ਨੂੰ ਹਾਸਾ ਠੱਠਾ ਕਰਨ ਲਈ ਦੁੱਧ ਪਿਲਾਉਣ ਵਾਸਤੇ ਅੰਦਰ ਸੱਦਿਆ ਸੀ। ਲੈ ਇੱਥੇ ਮੱਥਾ ਟੇਕ ਦੇ ਕੇਵਲ ਸਿਆਂ। ਵੱਡੀ ਮਾਸੀ ਨੇ ਕੁੜੀਆਂ ਵੱਲੋਂ ਸ਼ਿੰਗਾਰੇ ਪੂਜਾ ਸਥਾਨ ਵੱਲ ਇਸ਼ਾਰਾ ਕੀਤਾ। ਕੇਵਲ ਸਿੰਘ ਆਪਣੇ ਸਰਵਾਲੇ ਅਤੇ 2 ਹੋਰ ਸਾਥੀਆਂ ਸਮੇਤ ਹੈਰਾਨ ਪਰੇਸ਼ਾਨ ਖੜ੍ਹਾ ਰਿਹਾ। ਗੁਰੂ ਮਹਾਰਾਜ ਤੋਂ ਬਗੈਰ ਅਸੀਂ ਹੋਰ ਕਿਸੇ ਥਾਂ ਸਿਰ ਨਹੀਂ ਝੁਕਾਉਂਦੇ ਹੁੰਦੇ ਜੀ। ਉਹ 2 ਚਿੱਤੀ ਵਿੱਚੋਂ ਬੋਲਿਆ, ਨਾ ਵੀਰ, ਇੱਥੇ ਤਾਂ ਨਿਭਣਾ ਪਊ। ਸਾਡੇ ਵੱਡੇ ਵਡੇਰੇ ਨੇ, ਨਾਲੇ ਵਿਆਹ ਮਗਰੋਂ ਮਨ ਮਨੌਤੀ ਸਹੁਰਿਆਂ ਦੇ ਪੀਰਾਂ ਫਕੀਰਾਂ ਦੀ ਉਹ ਕਰੀਦੀ ਹੈ। ਮਲਕੀਤੋਂ ਮਾਮੀ ਟਹਿਕ ਪਈ। ਅਰ ਹੋਰ ਸੁਣ, ਦਵਾ ਦਾਰੂ ਵੀ ਕੁੜੀ ਵਾਲਿਆਂ ਦੇ ਵੈਦ ਹਕੀਮ ਦੀ ਉਹ ਲੱਗਦੀ ਹੁੰਦੀ। ਕੋਲ ਖੜੋਤੀ ਮੇਰੀ ਬੀਬੀ ਨੇ ਵੀ ਟੋਰਾ ਲਾ ਦਿੱਤਾ। ਕੇਵਲ ਸਿੰਘ ਨੇ ਆਪਣੀ ਕਿਰਪਾਨ ਦੀ ਨੋਕ ਨਾਲ ਸਾਹਮਣੇ ਉੱਚੇ ਦਿਸਦੇ ਵੱਡੇ ਵਡੇਰਿਆਂ ਉੱਪਰੋਂ ਰੁਮਾਲਾ ਚੁੱਕਿਆ ਤਾਂ ਹਾਸੜ ਮਚ ਗਈ। ਸਾਰੇ ਮੇਲ ਦੀਆਂ ਜੁੱਤੀਆਂ ਦਾ ਢੇਰ ਚਮਕਦਾਰ ਕੱਪੜੇ ਨਾਲ ਢਕਿਆ ਹੋਇਆ ਸੀ। ਮੱਥਾ ਤੈਂ ਨਹੀਂ ਟੇਕਿਆ ਨਾ ਸਹੀ, ਛੰਦ ਛੁੰਦ ਸੁਣਾ ਦੇ ਕੋਈ। ਚਿੱਟੀ ਨਾਨੀ ਨੇ ਵੀ ਆਪਣਾ 5 ਦਾਣਾ ਲਿਸ਼ਕਾਉਂਦੀ ਨੇ ਮਟਿਆਰਾਂ ਵਾਂਗੂ ਟਹਿਕਦੀ ਨੇ ਕਿਹਾ, ਨੇੜੇ ਹੀ ਖਹਿੜਾ ਛੁੱਟ ਜੂ ਕਾਕਾ, ਸੁਣਾ ਦੇ ਪਰਾਂ ਕੋਈ ਟੋਟਕਾ ਜੋੜ ਕੇ। ਜਿੰਨੇ ਮਰਜ਼ੀ ਛੰਦ ਸੁਣੀ ਜਾਇਓ, ਮੈਂ ਤਾਂ ਤੁਹਾਡੇ ਕੋਲੇ ਰਹਿ ਪੈਣਾ ਜੀ। ਮੈਂ ਰਾਏਪੁਰੋਂ ਜਾਣਾ ਥੋੜ੍ਹੋ ਹੈ। ਕੇਵਲ ਸਿੰਘ ਦੀਆਂ ਧਾਰੀ ਬੰਨ੍ਹ ਕੇ ਪਾਏ ਸੁਰਮੇ ਵਾਲੀਆਂ ਅੱਖਾਂ ਲਿਸ਼ਕੀਆਂ। ਸਾਡੇ ਇੱਥੇ ਵਿਆਹੀਆਂ ਬੁਰੀਆਂ ਕੁੜੀਆਂ ਨੂੰ ਘਰਾਂ ਰੱਖਣ ਦਾ ਰਿਵਾਜ ਹੈ ਨਹੀਂ ਪ੍ਰਾਹੁਣਿਆਂ। ਮਲਕੀਤੋ ਮਾਮੀ ਨੇ ਚੇਤਾਵਨੀ ਦਿੰਦਿਆਂ ਮੁੜ ਛੰਦ ਸੁਣਨ ਦੀ ਜ਼ਿੱਦ ਕੀਤੀ। ਮੇਰਾ ਮੱਥਾ ਤਾਂ ਉਸੇ ਵੇਲੇ ਠਣ ਗਿਆ ਸੀ ਬਾਪੂ ਜੀ। ਨਾਨਾ ਚਰਨ ਸਿੰਘ ਕੋਲ ਗੰਭੀਰ ਬੈਠੀ ਕੈਲੋ ਮਾਸੀ ਨੇ ਦਮ ਸਾਹ ਲਿਆ। ਦਰਾਂ ਤੱਕ ਤੁਹਾਡਾ ਘਰ ਅਸੀਂ ਦੇਣ ਲੈਣ ਨਾਲ ਭਰ ਦਿੱਤਾ, ਅਜੇ ਵੀ ਕੋਈ ਕਸਰ ਬਾਕੀ ਰਹਿ ਗਈ ਕਲਯੋਗੀਓ, ਮੇਰੀ ਬੀਬੀ ਨੇ ਆਖਿਆ। ਭੁੱਖਿਆਂ ਭੁੱਖ ਨਾ ਵੱਡੇ ਨਾਨੇ ਤੋਂ ਬਾਗ ਪੂਰਾ ਨਹੀਂ ਕੀਤਾ ਜਾ ਸਕਿਆ। ਉਸ ਨੂੰ ਹਿਚਕੀ ਲੱਗ ਗਈ। ਤੁਸੀਂ ਬਚਨ ਦਾ ਫਿਕਰ ਕਰੋ ਭਾਈ। ਕਾਫੀ ਦੇਰ ਬਾਅਦ ਉਸ ਦੀ ਬਾਚੀ ਖੁੱਲ੍ਹੀ। ਦੁਪਹਿਰ ਤੋਂ ਮਗਰੋਂ ਗਿਆਨੋ ਮਾਸੀ ਮੁੜਦੀ ਗੱਡੀ ਪਹੁੰਚ ਗਈ। ਮੈਂ ਸਾਰੇ ਰਾਹ ਮਾਸੀ ਦੀ ਗੋਦੀ ਵਿੱਚ ਬੈਠਾ ਰਿਹਾ।
ਮਾਸੜ ਕੇਵਲ ਸਿੰਘ ਨੂੰ ਓਪਰਿਆਂ ਵਾਂਗ ਦੇਖਦਾ ਆਇਆ ਸੀ, ਜਿਹੜਾ ਆਪਣੀ ਮੁੰਦਰੀ ਤੇ ਕੰਗੜਾਂ ਨੂੰ ਖੋਲ੍ਹ ਕੇ ਦੋਹਾਂ ਹੱਥਾਂ ਵਿੱਚ ਉਲਾਰਦਾ ਬੋਚਦਾ, ਜਿਵੇਂ ਬੋਚਣ ਖੇਡਦਾ ਰਿਹਾ ਹੋਵੇ। ਚਰਨ ਸਿੰਘ ਤੋਂ ਚੋਰੀ ਮੁਰਗਾ ਵੱਢਿਆ ਗਿਆ ਸੀ। ਮਾਮਾ ਦੁਰਲੱਭ ਸਿੰਘ ਨੇ ਪਹਿਲਾਂ ਹੀ ਯੂਸਫ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਸੀ। ਘੋੜੀ ਛੱਡ ਕੇ ਮੁੜਦੇ ਵਕਤ ਉਹ ਸਵੇਰੇ ਸਾਜਰੇ ਖਮਾਣੋਂ ਵਿੱਚ ਹੀ ਲੰਘਦਾ ਆਪਣੇ ਲਿਹਾਜ਼ੀ ਫੌਜੀ ਢਾਬੇ ਵਾਲੇ ਤੋਂ ਬੱਕਰੇ ਦਾ ਖੁੱਲ੍ਹਾ ਮਹਾਂਪ੍ਰਸ਼ਾਦ ਵੀ ਤਿਆਰ ਕਰਵਾ ਕੇ ਬਾਹਰ ਦੀ ਬਾਹਰ ਇੱਥੇ ਲੈ ਆਇਆ ਸੀ। ਇੰਨੀ ਖਾਤਰ ਸੇਵਾ ਤਾਂ ਓਪਰਿਆਂ ਦੀ ਕਰੀਦੀ ਆ ਰਿਸ਼ਤੇਦਾਰੋ। ਆਪਾਂ ਕੋਈ ਅਨੋਭੜ ਥੋੜ੍ਹੋ ਆ, ਆਪਾਂ ਤਾਂ ਸਕੇ ਸੰਬੰਧੀ ਹੋਏ ਯਾਰੋ, ਇੱਕ ਦੂਜੇ ਦੇ ਭਾਈਵਾਲ, ਬਰਾਬਰੋ ਬਰਾਬਰ ਖੜਨ ਵਾਲੇ। ਦੇਖਣ ਨੂੰ ਹੁਣ ਤੱਕ ਮੂੰਹ ਮੀਚੂ ਜਾਪਦਾ ਕੇਵਲ ਸਿੰਘ ਲਗਾਤਾਰ ਬੋਲੀ ਜਾ ਰਿਹਾ ਸੀ। ਓਏ ਤੁਬਕਾ ਤੁਸੀਂ ਵੀ ਲਾ ਲਓ ਪੜਾਕੂਓ, ਮੇਰੀਆਂ ਸਾਲੀਆਂ ਉਲਾਂਭਾ ਨਾ ਦੇਣ ਕਿਤੇ। ਉਹ ਸਾਡੇ ਵੱਲ ਵੀ ਅੱਖਾਂ ਮਟਕਾਉਂਦਾ ਪੂਰਾ ਖੁੱਲ੍ਹ ਗਿਆ ਸੀ। ਸੱਗੇ ਰੱਤੇ ਸਾਕ ਦੀ ਸੇਵਾ ਕਰਨੀ ਸਾਡਾ ਫਰਜ਼ ਹੀ ਬਣਦਾ ਸਰਦਾਰ ਸਾਹਿਬ। 4 ਪੁਸ਼ਤਾਂ ਦੀ ਰਿਸ਼ਤੇਦਾਰੀ ਪਈ ਹੈ ਆਪਣੀ ਪ੍ਰਾਹੁਣਿਆਂ। ਸਾਡੀਆਂ 4 ਪੀੜ੍ਹੀਆਂ ਨੇ ਅੱਗੇ ਵਰਤਣਾ। 50 ਸਾਲਾਂ ਦਾ ਸਾਂਝਾ ਸਫ਼ਰ ਹੈ ਜੀਜਾ ਜੀ, ਕਿਤੇ ਮਾਮੂਲੀ ਬਾਤ ਹੈਗੀ ਏ। ਪੂਰੇ ਰੰਗਾਂ ਵਿੱਚ ਹੋਇਆ ਮਾਮਾ ਬਚਿੱਤਰ ਮੁੜ ਕੇਵਲ ਸਿੰਘ ਨੂੰ ਜੱਫੀਆਂ ਪਾਉਂਦਾ, ਮੂੰਹ ਨਾਲ ਪੁੱਛ ਜਿਹੀ ਕਰਦਾ। ਤੂੰ ਸੁੱਖ ਨਾਲ ਸਾਡਾ 4 ਭੈਣ ਭਰਾਵਾਂ ਦਾ ਨਵਾਂ ਲਾਡਲਾ ਭਣੋਈਆ ਹੋਇਆ। ਗਿਆਨੋ ਨੂੰ ਤੂੰ ਸਾਡੀ 4 ਦੀ ਸਕੀ ਭੈਣ ਸਮਝੀ, ਸਭ ਤੋਂ ਛੋਟੀ, ਸਭ ਤੋਂ ਪਿਆਰੀ। ਮਾਮਾ ਦੁਰਲੱਭ ਸਿੰਘ ਵੀ ਅੱਜ ਉਸੇ ਰੰਗ ਵਿੱਚ ਰੰਗਿਆ ਗਿਆ ਸੀ। ਤੁਹਾਡਾ ਦੋਹਾਂ ਦਾ ਕੋਈ ਕਸੂਰ ਨਹੀਂ ਬਾਈ, ਸਭੇ ਕੁਝ ਸਾਂਝਾ ਹੈ ਵੀਰੋ ਆਪਣਾ। ਮੈਨੂੰ ਵੀ ਤੁਸੀਂ ਪ੍ਰਾਹੁਣਾ ਘੱਟ ਆਪਣਾ ਭਾਈ ਵੱਧ ਸਮਝਿਓ। ਤੁਹਾਡਾ ਸਕਾ ਸੋਧਰਾ ਵੀਰਾ। ਸ਼ਰਾਬੀ ਹੋਇਆ ਸਾਡਾ ਨਵਾਂ ਮਾਸੜ ਫਿਰ ਬੋਲਣ ਦੀ ਥਾਂ ਬਾਹਾਂ ਲੱਤਾਂ ਚਲਾਉਂਦਾ ਹਵਾ ਵਿੱਚ ਇਸ਼ਾਰੇ ਕਰਦਾ ਰਿਹਾ। ਗਿਆਨੋ ਵਾਸੀ ਨੇ ਆਪ ਆ ਕੇ ਉਸ ਨੂੰ ਸੰਭਾਲਿਆ। ਉੱਥੇ ਨਵੇਂ ਛੱਤੇ ਡੰਗਰਾਂ ਵਾਲੇ ਅੰਦਰ ਹੀ ਇੱਕ ਤਰਫ ਨਵਾਰੀ ਪਲੰਘ ਵਿਛਾ ਦਿੱਤਾ। ਆਪ ਵੀ ਉਸ ਦੇ ਸਿਰਹਾਣੇ ਬੈਠੀ ਪੱਖੀ ਝੱਲਣ ਲੱਗੀ। ਨਾਨੀ ਪ੍ਰੀਤਮ ਕੌਰ ਤੇ ਅਮਰ ਕੌਰ ਦੋਵੇਂ ਭੈਣਾਂ ਵੀ ਉੱਥੇ ਆ ਬੈਠੀਆਂ। ਲੋਹੀ ਕਦੋਂ ਦੀ ਮਿਸ ਚੁੱਕੀ ਸੀ। ਸੱਜ ਵਿਆਹੇ ਡੋਲੇ ਨੂੰ ਹੁਣ ਇੰਨੇ ਕੁ ਵੇਲੇ ਤੋਰਨ ਦਾ ਵਕਤ ਨਹੀਂ ਸੀ। ਸ਼ਰਾਬੀ ਹੋਏ ਪ੍ਰਾਹੁਣੇ ਨੂੰ ਚੁੱਕ ਕੇ ਕਾਰ ਵਿੱਚ ਪਾਉਣਾ ਸੋਭਦਾ ਨਹੀਂ ਸੀ। ਤੜਕਾ ਹੋਇਆ, ਭਾਈ ਜੀ ਬੋਲਿਆ ਤਾਂ ਕਿਧਰੇ ਜਾ ਕੇ ਕੇਵਲ ਸਿੰਘ ਆਰਾਮ ਨਾਲ ਸੁੱਤਾ। ਵੱਡੀ ਨਾਨੀ ਆਪਣਾ ਦਿਲ ਫੜੀ ਬਾਹਰਲੇ ਮੰਜੇ ਪਰ ਬੈਠੀ ਚਮਕੌਰ ਸਾਹਿਬ ਵੱਲ ਮੂੰਹ ਕਰੀ ਹੱਥ ਜੋੜਦੀ 100 ਸੁੱਖਾਂ ਸੁੱਖਦੀ ਰਹੀ। ਮਿੱਠੀ ਨਾਨੀ ਤਾਂ ਜਿਵੇਂ ਨਾਨਾ ਬਚਨ ਸਿੰਘ ਵਾਂਗੂ ਸਿੱਲ ਪੱਥਰ ਹੋ ਗਈ ਸੀ। ਨਵਾਂ ਸੁਪਨਾ। ਆਖਰ ਅਤਰ ਸਿੰਘ ਰੋਪੜੀਏ ਦੀ ਮਿਹਨਤ ਰੰਗ ਲਿਆਈ। ਮਾਮਾ ਬਚਿੱਤਰ ਸਿੰਘ ਦਾ ਵਿਆਹ ਹੋਇਆ। ਮਾਮਾ ਬਚਿੱਤਰ ਸਿੰਘ ਦਾ ਵਿਆਹ ਧਰਿਆ ਸੀ। ਪਿੰਡ ਘੁੰਮ ਕੇ ਸਬਜ਼ੀ ਵੇਚਣ ਵਾਲੇ ਭਾਪੇ ਸਿੱਖ ਨੇ ਪਿਛਲੇ ਲੰਬੇ ਅਰਸੇ ਦੌਰਾਨ ਬਥੇਰੇ ਦੇਖਣ ਵਾਲਿਆਂ ਨੂੰ ਦੱਸ ਪਾਈ। ਕਈਆਂ ਨੂੰ ਆਪਣੇ ਨਾਲ ਮੁੰਡਾ ਦਿਖਾਉਣ ਵੀ ਲੈ ਕੇ ਆਇਆ, ਪਰ ਮਾਮਿਆਂ ਦਾ ਕੱਚਾ ਮਕਾਨ ਦੇਖ ਕੇ ਕੋਈ ਵੀ ਮੁੜ ਕੇ ਇੱਧਰ ਮੂੰਹ ਨਾ ਕਰਦਾ। ਰਾਏ ਪੁਰੀਏ ਮੁੰਡੇ ਬਾਰੇ ਬੇਬੇ ਜੀ ਤੁਹਾਡੀ ਕੋਈ ਰਾਏ ਬਣੀ ਕਿ ਨਹੀਂ? ਵੇਖੋ ਜ਼ਮੀਨ ਜਾਇਦਾਦ ਤੇ ਵਾਹਵਾ ਖੁੱਲ੍ਹੀ ਏ। ਲੜਕਾ ਫੌਜੀ ਏ, ਛੋਟਾ ਲੜਕਾ ਫੌਜੀ ਏ। ਤੁਹਾਡੀ ਕੁੜੀ ਦੀ ਮੁਖਤਿਆਰੀ ਚੱਲੇਗੀ। ਛੋਟੇ ਨੇ ਤਾਂ ਆਪਣੀ ਵਹੁਟੀ ਨੂੰ ਫੌਜ ਵਿੱਚ ਨਾਲ ਹੀ ਖੜ ਲੈਣਾ। ਅਤਰ ਸਿੰਘ ਸੁਰ ਬਿਰਲ ਲੈਣੀ ਚਾਹੁੰਦਾ ਤਾਂ ਕੁੜੀ ਦੀ ਮਾਂ ਉਖੜੀ ਕੁਹਾੜੀ ਵਾਂਗ ਉੱਚੀ ਉੱਭੜਦੀ। ਦਰ ਘਰ ਵੀ ਦੇਖਣਾ ਪਰਖਣਾ ਹੁੰਦਾ। ਅਤਰ ਸਿਆਂ ਕੱਲੀ ਜਾਇਦਾਦ ਕੀ ਕਰੂ? ਸਾਡੀ ਧੀ ਤੋਂ ਬਨੇਰੇ ਨਹੀਂ ਲਿੱਪੇ ਜਾਣੇ ਵੀਰ। ਬਰਸਦੇ ਛਾਛੜੇ ਮੀਂਹ 'ਚ ਪਿਲ ਕਰਦੇ ਕੱਚੇ ਕੋਠੇ 'ਤੇ ਚੜ੍ਹ ਕੇ ਗਲੀਆਂ ਕਿੱਥੇ ਮੁੰਦ ਲਊਗੀ ਇਹ ਬਲੂੰਗੜੀ ਜਿਹੀ। ਮਾਈ ਆਪਣੇ ਕੰਨਾਂ ਉੱਪਰ ਹੱਥ ਰੱਖਦੀ ਉੱਕੀ ਮੁੱਕਰ ਜਾਂਦੀ। ਢੀਂਡਸਿਆਂ ਵਾਲੇ ਵੀ ਉਦੋਂ ਮੰਨੇ ਜਦੋਂ ਆਪਣੀ ਸਭ ਤੋਂ ਛੋਟੀ ਲਾਡਲੀ ਭੈਣ ਗਿਆਨੋ ਦੇ ਵਿਆਹ ਮੌਕੇ ਮਾਮਿਆਂ ਨੇ ਬਾਹਰਲਾ ਪੱਕਾ ਮਕਾਨ ਉਸਾਰ ਕੇ ਕੱਚੇ ਕੋਠੜੇ ਵਾਲਾ ਕਲੰਕ ਆਪਣੇ ਟੱਬਰ ਦੇ ਮੱਥੇ ਤੋਂ ਲਾਹ ਦਿੱਤਾ। ਨਿਆਈ ਵਿੱਚ ਅੱਧਾ ਕਿੱਲਾ ਬਗਲ ਕੇ ਲੰਬਾ ਚੌੜਾ ਬਾਗਲਾ ਕੀਤਾ। ਰਾਹ ਉੱਪਰ 2 ਬੈਠਕਾਂ ਵਿਚਕਾਰ ਡਿਉਢੀ ਖੜੀ ਕੀਤੀ। ਛੱਤ ਭਾਵੇਂ ਟੀਆਰਨ ਦੀ ਪਾਈ। ਬੇਸ਼ੱਕ ਕੁਝ ਲੋਕੀ ਹੁਣ ਲੈਂਟਰ ਵੀ ਪਾਉਣ ਲੱਗ ਪਏ ਸਨ, ਪਰ ਖੁੱਲ੍ਹੀ ਸਬਾਤ ਅਤੇ ਪਸ਼ੂਆਂ ਦੇ ਬਰਾਂਡੇ ਸਮੇਤ ਪੂਰੀ ਲੱਖ ਇੱਟ ਲੱਗ ਚੁੱਕੀ ਸੀ। ਮਿੱਠੀ ਨਾਨੀ ਵਾਸਤੇ ਨਾਲ ਲੱਗਦਾ ਵੱਖਰਾ ਟਿਕਾਣਾ ਵੀ ਬਣਾਇਆ। ਫੌਜੀ ਦੁਰਲੱਭ ਸਿੰਘ ਨੇ ਵੀ ਯਥਾ ਸ਼ਕਤੀ ਮਦਦ ਕੀਤੀ। ਮਾਮੇ ਦੀ ਬਰਾਤ ਢੀਂਡਸੇ ਢੁੱਕੀ ਸੀ। ਮੇਰੇ ਬਾਪੂ ਨੇ ਡੇਰੇ ਵਿੱਚ ਇੱਕ ਪਾਸੇ ਮੰਜਾ ਡਾਹਿਆ
ਅਤੇ ਕੱਪੜਾ ਤਾਣ ਕੇ ਬਿਮਾਰਾਂ ਵਾਂਗ ਪੈ ਗਿਆ। ਉਹ ਵੱਡੇ ਮਾਸੜ ਹਾਕਮ ਸਿੰਘ ਦੀ ਨਾਨਕਿਆਂ ਵਿੱਚ ਚੱਲਦੀ ਲਾਣੇਦਾਰੀ ਤੋਂ ਹਮੇਸ਼ਾ ਖਿੱਝਦਾ, ਰਿੱਝਦਾ ਅਤੇ ਮੇਰੀ ਬੀਬੀ ਨਾਲ ਲੜ ਕੇ ਗੁੱਸਾ ਝਾੜ ਲੈਂਦਾ। ਗਿਆਨੋ ਮਾਸੀ ਦੇ ਵਿਆਹ ਮਗਰੋਂ ਤਾਂ ਚੰਗੇ ਮਿਹਣੇ ਦੇਣ ਲੱਗ ਪਿਆ ਸੀ। ਮੈਂ ਵੀ ਰੁੱਸਿਆ ਜਿਹਾ ਬਾਪੂ ਕੋਲ ਬੈਠਾ ਸੀ ਜਦੋਂ ਸਾਊ ਨਾਨੇ ਨੇ ਉਸ ਦਾ ਮੂੰਹ ਨੰਗਾ ਕੀਤਾ। ਮਖਿਆ, ਉੱਠ ਕੇ ਬੈਠ ਸ਼ੇਰਾ, ਵੇਲਾ ਤਾਂ ਦੇਖ ਕਿੰਨਾ ਕੀਮਤੀ ਹੈ। ਆਪਾਂ ਚਾਹ ਤੋਂ ਮਗਰੋਂ ਤੁਰੰਤ ਆਨੰਦ ਲੈਣੇ ਨੇ। ਨਾਨਾ ਬਚਨ ਸਿੰਘ ਮੂੰਹ ਦੀ ਮੂਰਤ ਬਣਿਆ ਬਾਪੂ ਦਾ ਮੋਢਾ ਪਲੋਸਦਾ ਕਿਸੇ ਰੁੱਸੇ ਹੋਏ ਜਵਾਕ ਨੂੰ ਬੁਲਾਉਣ ਵਾਂਗ ਬੋਲਿਆ। ਬਾਪੂ ਵੀ ਉਸ ਦਾ ਆਖਿਆ ਮੰਨ ਕੇ ਝਟਪਟ ਉੱਠ ਕੇ ਬੈਠ ਗਿਆ। ਉਹ ਬੱਲੇ ਵੀ ਬੱਲੇ, ਅਰਜ਼ੀ ਮਨਜ਼ੂਰ ਹੋ ਗਈ ਭਾਈ ਸਾਡੀ। ਓਏ ਯੂਸਫ, ਓਏ ਲਾਲਾ ਰਾਮ ਸ਼ਰਨ, ਕੌੜਾ ਕਸੈਲਾ ਨੇੜੇ ਰੱਖਿਓ। ਔਰ ਜਿਉਂ ਹੀ ਆਨੰਦਾ ਤੋਂ ਮੁੜ ਕੇ ਆਈਏ ਉਸੇ ਵਕਤ ਹਰਨੇਕ ਸਿੰਘ ਨੂੰ ਤਰਾਰੇ 'ਚ ਕਰ ਦਿਓ ਭਾਈ। ਸਤਿਗੁਰੂ ਦੇ ਖੁਸ਼ੇ ਵਿੱਚ ਹੋਇਆ ਲਾਲਾ ਨਾਨਾ ਖੱਤਰੀ ਰਾਮਦਿਆਲ ਦੀ ਥਾਂ ਬਰਾਤ ਆਏ ਉਸ ਦੇ ਮੁੰਡੇ ਰਾਮ ਸ਼ਰਨ ਨੂੰ ਸੱਦ ਲਿਆਇਆ, ਜਿਸ ਦੀ ਯੂਸਫ ਗੁੱਜਰ ਨਾਲ ਦਾਰੂ ਸੰਭਾਲਣ ਅਤੇ ਵਰਤਾਉਣ ਦੀ ਡਿਊਟੀ ਲਾਈ ਸੀ। ਆਨੰਦ ਕਾਰਜ ਦੀ ਰਸਮ ਮਗਰੋਂ ਮਾਮਾ ਬਚਿੱਤਰ ਸਿੰਘ ਨੇ ਗਾਨਾ ਬੰਨੇ ਹੱਥ ਨਾਲ ਆਪ ਹਾੜਾ ਪਾਇਆ, ਜਿਸ ਨੂੰ ਫੜਦੇ ਸਾਰ ਬਾਪੂ ਨੇ ਖੱਬੇ ਹੱਥ ਦੀ ਪਹਿਲੀ ਉਂਗਲੀ ਗਲਾਸ ਵਿੱਚ ਡੋਬੀ ਅਤੇ ਧਰਤੀ ਉੱਤੇ ਝਟਕ ਦਿੱਤੀ। ਜੈ ਹੋ ਤੇਰੀ ਆਖਦਿਆਂ ਅੱਖਾਂ ਮੀਚੀਆਂ ਤੇ ਸਾਰਾ ਹਾੜਾ ਅੰਦਰ ਸੁੱਟਿਆ। ਬਾਹਲਾ ਰੰਗੀਲਾ ਬੰਦਾ ਵੀਰੋ ਤੁਹਾਡਾ ਪ੍ਰਾਹੁਣਾ ਨੇਕ ਸਿਉਂ ਤਾਂ। ਸਾਹਮਣੇ ਬੈਠਾ ਹਰਨਾਮਾ ਉਂਗਲੀ ਵੱਢ ਫਿੱਕੀ ਜਿਹੀ ਹਾਸੀ ਹੱਸਿਆ। ਇਉਂ ਦੱਸ ਬਈ ਹਰਨੇਕ ਸਿਆਂ, ਤੂੰ ਇਹ ਜੈ ਹੋ ਕਿਹਦੇ ਨਾਂ ਦੀ ਬੁਲਾਈ ਹੈ? ਦਾਰੂ ਦੀ ਕੜਤਣ ਕਾਰਨ ਅੱਖਾਂ ਖੋਲ੍ਹਦੇ ਮੀਚਦੇ ਬਾਪੂ ਵੱਲ ਟਿਕਟਿਕੀ ਲਾਈ ਦੇਖਦੇ ਉਂਗਲੀ ਵੱਢ ਨੇ ਆਪਣੀ ਡੁੰਡ ਉਂਗਲੀ ਖੜੀ ਕੀਤੀ। ਧਰਤੀ ਨੂੰ ਨਮਸਕਾਰ ਕੀਤੀ ਹੈ ਜੀ। ਆਪਾਂ ਨੇ ਜੈ ਉਹਨਾਂ ਬਾਬਿਆਂ ਦੀ ਬੁਲਾਈ ਜਿਨ੍ਹਾਂ ਸਮੁੰਦਰ ਰਿੜਕ ਕੇ ਇਹ 13ਵਾਂ ਰਤਨ ਕੱਢਿਆ ਸੀ। ਬਾਪੂ ਹੁਣ ਪੂਰਾ ਖਿੜ ਚੁੱਕਾ ਸੀ। ਅਗਲੇ ਪਲ ਸਾਊ ਨਾਨੇ ਨੇ ਉਸ ਦੇ ਮੋਢੇ ਉੱਪਰ ਹੱਥ ਰੱਖਿਆ ਅਤੇ ਉਸ ਨੂੰ ਡੇਰੇ ਦੇ ਧੁਰ ਅੰਦਰ ਲੈ ਗਿਆ, ਜਿੱਥੇ ਬਰੀ ਵਾਲਾ ਟਰੰਕ ਜਿੰਦੇ ਅੰਦਰ ਰੱਖਿਆ ਸੀ। ਦਾਰੂ ਦੀ ਨਿਗਰਾਨੀ ਰੱਖਣੀ ਤੇਰੀ ਜ਼ਿੰਮੇਵਾਰੀ ਰਹੀ ਪ੍ਰਾਹੁਣਿਆ। ਯੂਸਫ ਹਰ ਰਾਮ ਸ਼ਰਨ ਤੇਰੇ ਕੋਲੋਂ ਲੈ ਕੇ ਗਾਹਾਂ ਵਰਤਾਉਣਗੇ। ਫਿਰ ਉਸਨੇ ਆਵਾਜ਼ ਜਰਾ ਹੋਰ ਧੀਮੀ ਕੀਤੀ। ਐ ਸਾਡੇ ਨੇੜ ਸਕੇ ਲੰਬੜ ਤੋਂ ਸਾਵਧਾਨ ਰਹੀਂ। ਇਹ ਗੱਲਾਂ ਗੱਲਾਂ 'ਚ ਲੜਾਉਣ ਨੂੰ ਫੋਰਾ ਨਹੀਂ ਪੈਣ ਦਿੰਦਾ। ਇਹਦਾ ਭਤੀਜਾ ਟਹਿਲਾ ਵੀ ਇਹਦੇ ਨਾਲ ਦਾ ਹੀ ਹੈ। ਮੂੰਹ ਦਾ ਮਿੱਠਾ ਪਰ ਪੂਰਾ ਸਿੰਗੜੀ ਛੇੜ। ਨਾਨਾ ਸਮਝਾਉਂਦਾ ਹੋਇਆ ਬਾਪੂ ਨੂੰ ਦੂਜੀ ਤਰਫ ਨਲਕੇ ਵੱਲ ਲੈ ਤੁਰਿਆ। ਦੇਖ ਮੱਲ, ਸਾਡੇ ਖਾਤਰ ਤੁਸੀਂ ਤਿੰਨੇ ਇੱਕ ਬਰੋਬਰ ਹੋ। ਤੂੰ ਹੋਇਆ ਹਾਕਮ ਸਿਉਂ ਹੈ, ਭਾਵੇਂ ਕੇਵਲ ਸਿਉਂ ਠੀਕਰੀ ਵਾਲੀਆ। ਅਸੀਂ ਤਾਂ ਤੁਹਾਨੂੰ ਤਿਹਾਂ ਨੂੰ ਇੱਕੋ ਅੱਖ ਨਾਲ ਦੇਖਦੇ ਹਾਂ। ਸਾਊ ਨਾਨਾ ਹੁਣ ਬੇਫਿਕਰ ਸੀ ਅਤੇ ਬਾਪੂ ਪੂਰਾ ਆਨੰਦ ਪ੍ਰਸੰਨ। ਨਾਨਾ ਚਰਨ ਸਿੰਘ ਦਾ ਭਗਵਤ ਭਰਾ ਮਾਨ ਸਿੰਘ ਮਕਸੂਦੜਾ ਆਨੰਦ ਕਾਰਜ ਤੋਂ ਮਗਰੋਂ ਹੁਣੇ ਪਹੁੰਚਿਆ ਸੀ। ਉਹ ਬੱਸਾਂ ਟੈਂਪੂਆਂ ਨਾਲ ਲਟਕਦਾ ਭਟਕਦਾ ਸਿੱਧਾ ਆਪਣੇ ਪਿੰਡ ਮਕਸੂਦੜੇ ਤੋਂ ਆਇਆ ਸੀ। ਹਾਲਾਂਕਿ ਉਹ ਵੀ ਵੱਡਾ ਜ਼ਿਮੀਂਦਾਰ ਸੀ। ਜਵਾਨੀ ਵੇਲੇ ਉਸਨੇ ਇਲਾਕੇ ਵਿੱਚ ਮਾਰ ਧਾੜ ਕੀਤੀ ਅਤੇ ਕੈਦਾਂ ਕੱਟੀਆਂ ਸਨ। ਹੁਣ ਤਾਂ ਮਾਨਸਿਆਂ ਤੇਰੀ ਘਰ ਗ੍ਰਸਤੀ ਤੇ ਉਸ ਉੱਪਰਲੇ ਦੀ ਪੂਰੀ ਕਿਰਪਾ ਦ੍ਰਿਸ਼ਟੀ ਹੈਗੀ। ਮਾਇਆ ਦੀ ਵੀ ਤੋਟ ਨਹੀਂ। ਟੈਕਸੀ ਰਿਕਸ਼ਾ ਕਿਉਂ ਨਹੀਂ ਕਰ ਲਿਆ? ਹਰਨਾਮਾ ਮੁੱਛਾਂ ਵਿੱਚ ਹੱਸਿਆ। ਤੇਰੀ ਜ਼ੁਬਾਨ ਨੂੰ ਭਾਗ ਲੱਗਣ ਓਏ ਲੰਬੜਦਾਰਾ। 16 ਆਨੇ ਸੱਚ ਆਖਿਆ ਤੁਸੀਂ, ਪਰ ਮੈਂ ਦਿਲ ਕਿੱਥੋਂ ਲਿਆਉਂਦਾ? ਜੇਬ ਵਿੱਚ ਰੁਪਈਏ ਬਥੇਰੇ ਨੇ, ਹਮੇਸ਼ਾ ਭਰੀ ਰਹਿੰਦੀ। ਵੀ ਜਦ ਕਿਤੇ 10 ਰੁਪਏ ਵੀ ਕੱਢਣ ਲੱਗਦਾ ਤਾਂ ਦਿਲ ਦੇ ਐਨ ਨੇੜੇ ਤਿੱਖੀ ਕਰਕ ਪੈਂਦੀ। ਔਰ ਉੱਥੋਂ ਕੋਈ ਆਵਾਜ਼ ਆਊ, ਅਖੇ ਮਾਨਸਿਆ ਹੁਣ ਤਾਂ ਹੁਸ਼ਿਆਰ ਹੋ ਜਾ। ਮਾਇਆ ਬੇਜਾਂ ਔਖੀ ਬਣਦੀ ਹੈ ਵੀਰ, ਸੰਭਾਲ ਲਾ ਅਜੇ ਵੀ। ਪਹਿਲੀਆਂ 'ਚ ਤੈਂ ਬਥੇਰੀ ਉਜਾੜੀ ਹੈ। ਹਾਜ਼ਰ ਜਵਾਬ ਮਾਨ ਸਿੰਘ ਨੇ ਸਭ ਨੂੰ ਹਸਾ ਦਿੱਤਾ, ਕਈਆਂ ਨੂੰ ਸੋਚੀ ਪਾ ਦਿੱਤਾ। ਔਰ ਹੋਰ ਸੁਣੋ, ਸਭ ਤੋਂ ਮਗਰੋਂ ਉੱਚੀ ਦੇ ਕੇ ਅੰਦਰੋਂ ਹੀ ਚੇਤਾਵਨੀ ਮਿਲਦੀ ਹੈ। ਅਖੇ ਮਾਨਸਿਆ, ਮਾਇਆ ਜਿੰਨੀ ਮਰਜ਼ੀ ਕੋਲ ਹੋਵੇ ਇੱਕ ਦਿਨ ਮੁੱਕ ਜਾਂਦੀ ਹੁੰਦੀ ਹੈ, ਜੇ ਉਹਦੇ 'ਚ ਕੁਛ ਪੈਂਦੀ ਨਾ ਰਹੇ। ਮਾਨ ਸਿੰਘ ਨੇ ਜੇਤੂ ਅੰਦਾਜ਼ ਵਿੱਚ ਆਖਿਆ। ਸੱਚਮੁੱਚ ਕਈ ਮਹੀਨੇ ਸਾਡੀ ਮਾਮੀ ਸੁੱਖਾਂ ਨਾਲ ਵੱਸੀ ਸੀ। ਜਿਵੇਂ ਆਨੰਦਾਂ ਮੌਕੇ ਸਿੱਖਿਆ ਪੜ੍ਹਦੇ ਕਵੀਸ਼ਰਾਂ ਨੇ ਕਵਿਤਾ ਗਾਈ ਸੀ, ਜਾ ਧੀਏ ਮੇਰੀਏ ਲਾਡਲੀਏ ਤੂੰ ਨਾਲ ਸੁੱਖਾਂ ਦੇ ਵਸਦੀ ਰਹਿ। ਬਚਿੱਤਰ ਸਿੰਘ ਉਸ ਤੋਂ ਬਗੈਰ ਸਾਹ ਨਾ ਲੈਂਦਾ। ਚਾਈਂ ਚਾਈਂ ਕੰਮ ਕਰਦੀ, ਉਹ ਕਦੇ ਵੀ ਥੱਕਦੀ ਨਹੀਂ ਸੀ। ਸੁਬਾਹ ਉੱਠਦੀ, ਚਾਰਾਂ ਬਡਾਰੂਆਂ ਦੇ ਪੈਰੀਂ ਹੱਥ ਲਾਉਂਦੀ, ਅਸੀਸਾਂ ਲੈਂਦੀ, ਕੰਮ ਧੰਦੇ ਨੂੰ ਜੁਟ ਜਾਂਦੀ। ਘਰ ਦਾ ਹਰੇਕ ਜੀਅ ਉਸ ਦੀ ਵਡਿਆਈ ਕਰਦਾ।
ਆਪਣੀ ਸੋਹਣੀ ਸੂਰਤ ਨਾਲੋਂ ਵੀ ਮਨਮੋਹਣੀ ਸੀਰਤ ਕਰਕੇ ਉਸਨੇ ਸਭ ਨੂੰ ਮੋਹ ਲਿਆ ਸੀ। ਘਰ ਦੀ ਹਰੇਕ ਨੁੱਕਰ ਵਿੱਚੋਂ ਉਸ ਦਾ ਨਾਂ ਗੂੰਜਦਾ। ਰਾਤ ਨੂੰ ਉਹ ਸਾਨੂੰ ਬਾਤਾਂ ਸੁਣਾਉਂਦੀ, ਦਿਨ ਵੇਲੇ ਮੇਰੇ ਕੋਲੋਂ ਪੂਰਨ ਭਗਤ ਦਾ ਕਿੱਸਾ ਸੁਣਦੀ। ਵੱਡਾ ਨਾਨਾ ਤੇ ਨਾਨੀ ਤਾਂ ਬਚਿੱਤਰ ਸਿੰਘ ਨੂੰ ਸ਼ਗਨ ਪੈਣ ਦੇ ਦਿਨੋਂ ਹੀ ਜਿਵੇਂ ਆਪਣੀ ਹੋਣ ਵਾਲੀ ਨੂੰਹ ਤੋਂ ਬਲਿਹਾਰ ਜਾਂਦੇ। ਉਸ ਨੂੰ ਦੇਖਣ ਜਾਂ ਉਸ ਬਾਰੇ ਖੁਫੀਆ ਸੁਰਲਵਿਲ ਲੈਣ ਬਾਰੇ ਤਾਂ ਉਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੇ। ਕੁਆਰੇ ਨਾਤੇ ਕੁੜੀ ਦੇਖਣ ਨੂੰ ਉਹਦਾ ਚੰਗਾ ਵੀ ਨਹੀਂ ਸੀ ਸਮਝਿਆ ਜਾਂਦਾ। ਜ਼ਿਆਦਾ ਤਾਂਗ ਰੱਖਦੇ ਮੰਗੇਤਰ ਮੁੰਡੇ ਉੱਲੇ ਚੋਰੀ ਜਾਂ ਕੋਈ ਸਾਂਗ ਬਣਾ ਕੇ ਝਾਤੀ ਮਾਰ ਆਉਂਦੇ। ਮੰਗਣਾ ਹੋਏ ਤੋਂ ਸਾਡੀ ਸੰਭਾਵੀ ਮਾਮੀ ਦੇ ਕਣਕ ਬੰਨੇ ਰੰਗ ਬਾਰੇ ਬੇਸ਼ੱਕ ਸਾਡੀ ਬੀਬੀ ਨੂੰ ਅਗੇਤੀ ਸੂਹ ਮਿਲ ਚੁੱਕੀ ਸੀ। ਉਸਨੇ ਵੱਡੇ ਨਾਨੇ ਕੋਲ ਆਪਣਾ ਫਿਕਰ ਚਿਤਾਰਿਆ ਵੀ ਸੀ। ਅਜੇ ਤਾਂ ਕੱਚੇ ਚੌਲ ਨੇ ਬਾਪੂ, ਪੂਰਾ ਪਤਾ ਸਤਾ ਕਰਨ 'ਚ ਕੋਈ ਹਰਜ ਨਹੀਂ। ਸੁਣਿਆ ਕੁੜੀ ਪਹਿਲਾਂ ਕਿਧਰੇ ਮੰਗੀ ਵੀ ਹੋਈ ਤੀ, ਕਿਤੇ ਵਿਆਹੀਓ ਨਾ ਹੋਵੇ। ਪਰ ਕੌੜਾ ਨਾਨਾ ਕੋਈ ਹੀਲ ਹੁਜਤ ਸੁਣਨ ਲਈ ਤਿਆਰ ਨਹੀਂ ਸੀ। ਘਰ ਆਉਂਦੀ ਲక్ష్ਮੀ ਨੂੰ ਧੱਕੇ ਨਹੀਂ ਮਾਰੀ ਦੇ ਬੀਬੀ, ਰੰਗ ਤਾਂ ਕੁਦਰਤ ਨੇ ਦੋ ਹੀ ਬਣਾਏ ਨੇ। ਸਭ ਤੋਂ ਵੱਧ ਕੇ ਗੱਲ, ਸਾਡਾ ਬੰਸ ਚੱਲਦਾ ਚਾਹੀਦਾ। ਤੂੰ ਇੱਥੇ ਮਿੱਟੀ ਪਾ ਦੇ ਬੀਬੀ ਜੈਲੋ। ਨਾ ਅਸੀਂ ਕੁੜੀ ਦੇਖਣੀ, ਨਾ ਹੀ ਕੋਈ ਸੂਹ ਲੈਣੀ ਹੈ। ਜੋ ਸੰਜੋਗਾਂ 'ਚ ਲਿਖਿਆ ਹੋਊ ਮਿਲ ਜਾਊ। ਕੈਲੋ ਕੋਲ ਵੀ ਆਹ ਗੱਲ ਚਿਤਾਰਨ ਦੀ ਲੋੜ ਨਹੀਂ। ਸੋ ਨਾਨੇ ਦੀ ਇੱਕੋ ਘੁਰਕੀ ਨਾਲ ਬੀਬੀ ਨੇ ਆਪਣੀ ਸੁਰ ਬਦਲ ਲਈ ਸੀ। ਐਂ ਤਾਂ ਕਹਿੰਦੇ ਨੈਣ ਨਕਸ਼ ਬਥੇਰੇ ਤਿੱਖੇ ਨੇ, ਫਿਰ ਚੰਗਾ ਘਰਾਣਾ ਠਿਕਾਣਾ ਵੀ ਹੈਗਾ, ਕੰਮਕਾਰ ਨੂੰ ਸੁਚੱਜੀ ਹੈ, ਕੱਪੜਾ ਲੀੜਾ ਸਿਉਣਾ ਪਰੋਣਾ ਅਲੱਗ ਜਾਣ ਦੀ, ਰਸੋਈ ਬਣਾਉਣ 'ਚ ਉਹਦੀ ਕੋਈ ਰੀਸ ਨਹੀਂ, ਦਰੀਆਂ ਖੇਸੀਆਂ ਮੰਜੇ ਪੀੜ੍ਹੀਆਂ ਸਭ ਕੁਝ ਬੁਣਨਾ ਆਉਂਦਾ ਹੈ। ਹਕੀਕਤ ਉਸੇ ਵਕਤ ਉੱਥੇ ਹੀ ਦਬਾਈ ਜਾ ਚੁੱਕੀ ਸੀ। ਹਾਲਾਂਕਿ ਮੇਰੀ ਬੀਬੀ ਇਕੱਲੀ ਬੈਠੀ ਮੁੜ ਮੁੜ ਆਪਣੇ ਮਨ ਨਾਲ ਚਿਤਾਰਦੀ, ਸਰੀਰ ਦਾ ਕਾਜ ਕੁਛ ਨਹੀਂ ਕਹਿੰਦਾ ਜੇ ਬੰਦੇ ਦਾ ਸੁਭਾਅ ਰਲੌਟਾ ਹੋਵੇ। ਜੇ ਵਿਆਹ ਮਗਰੋਂ ਕੋਈ ਅੰਗ ਭੰਗ ਹੋ ਜਾਏ ਫੇਰ ਕਿਹੜਾ ਉਹਨੂੰ ਬਾਹਰ ਧੱਕਾ ਦੇ ਦਾਂਗੇ। ਜੇ ਕੋਈ ਕਿਸੇ ਹੋਰ ਔਗਣ ਕੰਨੀ ਇਸ਼ਾਰਾ ਕਰੇ ਤਾਂ ਸਮਝਣਾ ਵਿਚਾਰਨਾ ਜ਼ਰੂਰ ਚਾਹੀਦਾ। ਵਿਆਹ ਮਗਰੋਂ ਵੱਡੀ ਮਾਮੀ ਰਾਏਪੁਰ ਆਈ। ਉਸਦੇ ਹੱਥੀਂ ਬਣਾਈ ਦਾਲ ਸਬਜ਼ੀ ਖਾਣ ਵਾਲੇ ਦੇ ਮੂੰਹੋਂ ਨਾ ਉਤਰਦੀ। ਮੈਂ ਪਹਿਲੀ ਵਾਰ ਉਸ ਵੱਲੋਂ ਰਿੰਨੀ ਭਰਮੀ ਟਿੰਡੋ ਖਾਧੀ ਸੀ ਜਦੋਂ ਮਾਮਿਆਂ ਦੀ ਉੱਚੀ ਜ਼ਮੀਨ ਕਰਾਉਣ ਲਈ ਢੀਂਡਸੇ ਵਾਲਿਆਂ ਇਕੱਠੇ 5 ਟਰੈਕਟਰ ਸਾਡੇ ਨਾਨਕਿਆਂ ਦੇ ਮੁਰੱਬੇ ਵਿੱਚ ਲਿਆ ਵਾੜੇ ਸਨ, ਜਿਹੜੇ ਇੱਕ ਦੂਜੇ ਤੋਂ ਅੱਗੇ ਛਿੱਕਾਂ ਮਾਰਦੇ ਭੱਜੇ ਫਿਰਦੇ। ਉਹ ਉੱਚੀ ਨੀਵੀਂ ਜ਼ਮੀਨ ਜਿੱਥੇ ਪਹਿਲਾਂ ਝਾੜ ਝੁੰਡ ਅੱਕ ਢੱਕ ਅਤੇ ਪਸੜਾ ਭਖੜਾ ਦਿਖਾਈ ਦਿੰਦਾ, ਹੁਣ ਵਾਹੀਯੋਗ ਬਣ ਜਾ ਰਹੀ ਸੀ। ਬਈ ਕਾਹਨੂੰ ਕਹਿਣਾ, ਇਹਨੂੰ ਕਹਿੰਦੇ ਨੇ ਸਾਕਾਦਾਰੀ, ਰਿਸ਼ਤੇਦਾਰੀ। ਸਾਕ ਹੋਣ ਤਾਂ ਐਸੇ। ਮਾਮਿਆਂ ਦਾ ਨੇੜ ਸਕਾ ਟਹਿਲ ਸਿੰਘ ਆਪਣੇ ਖੂਹ ਵੱਲ ਤੁਰਿਆ ਜਾਂਦਾ, ਅੱਖਾਂ ਉੱਪਰ ਹੱਥਾਂ ਦੀ ਛਾਂ ਕਰੀ ਖੰਦਕ ਉੱਤੇ ਖੜੋਤਾ ਅਸ਼ ਅਸ਼ ਕਰ ਉੱਠਿਆ। ਇਹਦੇ ਪੈਰਾਂ ਦੀ ਮਿੱਟੀ ਚੱਕੋਏ, ਜੈਮਲ ਠੱਗ ਦੇ ਬਲੂੰਗੜੇ ਦੀ, ਅਰ ਚੁੱਲ੍ਹੇ 'ਚ ਸਿੱਟੋ ਜੇ ਨਜ਼ਰ ਟਪਕਾਰ ਤੋਂ ਬਚਣਾ ਹੈ। ਵੱਡਾ ਨਾਨਾ ਮਿੰਨਾ ਜਿਹਾ ਮੁਸਕਰਾਇਆ। ਟੈਲਾ ਜਾਂ ਹਰਨਾਮਾ ਲੰਬੜਦਾਰ ਉਸ ਦਾ ਗੁੱਸਾ ਨਾ ਕਰਦੇ। ਸਾਡੇ ਮਾਮਿਆਂ ਦੀ ਸਾਰੀ ਜ਼ਮੀਨ ਕੁਝ ਦਿਨਾਂ ਵਿੱਚ ਹੀ ਥਾਲੀ ਵਰਗੀ ਪੱਧਰ ਦਿਸਣ ਲੱਗੀ। ਬਚਿੱਤਰ ਸਿੰਘ ਦੇ ਵਿਆਹ ਨੂੰ ਅਜੇ 6 ਮਹੀਨੇ ਨਹੀਂ ਸੀ ਲੰਘੇ ਜਦੋਂ ਛੁੱਟੀ ਆਇਆ ਮਾਮਾ ਦੁਰਲੱਭ ਸਿੰਘ ਵੀ ਮੰਗਿਆ ਗਿਆ। ਕਰਮਾਂ ਵਾਲੀ ਨੂੰਹ ਹੈ ਸਾਡੀ, ਜਿੱਦਣ ਦਾ ਇਹਨੇ ਇਸ ਘਰ ਦੀ ਦੇਹਲੀ ਪੈਰ ਪਾਇਆ, ਸੁੱਖ ਨਾਲ ਲਹਿਰਾਂ ਬਹਿਰਾਂ ਲੱਗ ਗਈਆਂ ਨੇ। ਵੱਡਾ ਨਾਨਾ ਸਰਾਉਂਦਾ ਨਾ ਥੱਕਦਾ। ਪੇਕੀ ਮਿਲਣ ਆਈਆਂ ਦੋਹਾਂ ਤਿੰਨਾਂ ਧੀਆਂ ਅੱਗੇ ਸਿਫਤਾਂ ਕਰਦਾ ਰਹਿੰਦਾ। ਜਦੋਂ ਤੱਕ ਕੈਲੋ ਮਾਸੀ ਅੱਗਿਓਂ ਟੋਕ ਨਾ ਦਿੰਦੀ, ਹੁਣ ਬੱਸ ਵੀ ਕਰ ਬਾਪੂ, ਆਪੇ ਤਾਂ ਕਹਿਣਾ ਹੁੰਦਾ ਬਈ ਬਾਹਲੀ ਸਿਫਤ ਕਰਨੀ ਨਹੀਂ ਚੰਗੀ ਹੁੰਦੀ। ਠੀਕ ਹੈ ਸਾਊ, ਸਿਫਤਾਂ ਮਗਰੋਂ ਨਿੰਦਿਆਂ ਨੇ ਹੀ ਆਉਣਾ ਹੁੰਦਾ। ਜਿਹੜੀ ਸਿਆਣਿਆਂ ਦੇ ਕਹਿਣ ਮੁਤਾਬਕ ਦਰਵਾਜ਼ੇ ਦੇ ਕੋਲੇ ਤੋਂ ਬਾਹਰ ਖੜੀ ਉਡੀਕਦੀ ਹੁੰਦੀ, ਅਖੇ ਕਦੋਂ ਵਡਿਆਈ ਬੰਦ ਹੋਵੇ ਅਰ ਮੈਂ ਅੰਦਰ ਪੈਰ ਪਾਵਾਂ। ਨਾਨਾ ਬਚਨ ਸਿੰਘ ਮੁਸਕਰਾਇਆ। ਚੰਗੇ ਨੂੰ ਚੰਗਾ ਕਿਹਾ ਜਾਂਦਾ, ਇਹਦੇ 'ਚ ਹਰਜ ਵੀ ਕੋਈ ਨਹੀਂ। ਉਸਨੇ ਆਪਣੇ ਆਪ ਸਾਫੀ ਦਿੱਤੀ। ਉਹ ਟੱਬਰ ਦੀ ਗੱਲ ਕੱਥ ਵਿੱਚ ਉਸ ਦਿਨ ਵੀ ਸ਼ਾਮਲ ਹੋ ਗਿਆ ਜਦੋਂ ਦਲਵੀਰੋ ਮਾਮੀ ਨਿੱਤ ਵਾਂਗੂ ਸਾਰੀ ਸੁਬਾਤ ਲੰਬਾ ਬਰਾਂਡਾ ਵਿਹੜਾ ਸੁੰਬਰਦੀ, ਕੋਡੀਓ ਕੋਡੀ ਚੱਕਰੀ ਵਾਂਗ ਘੁੰਮਦੀ ਵੱਡੇ ਗੇਟ ਮੂਹਰਲੇ ਪਹੇ ਵਿੱਚ ਜਾ ਪਹੁੰਚੀ ਅਤੇ ਉਧਰੋਂ ਮਾਮਾ ਬਚਿੱਤਰ ਸਿੰਘ ਹਾਜ਼ਰੀ ਦੀ ਰੋਟੀ ਲਿਜਾਣ ਲਈ ਅੰਦਰ ਆ ਵੜਿਆ। ਬੱਸ ਵੀ ਕਰ, ਅੰਦਰਲਾ ਵਿਹੜਾ ਹੀ ਚਮਕਾਇਆ ਬਥੇਰਾ ਹੈਗਾ, ਇੱਥੇ ਰਾਜ ਤਾਂ ਨਜ਼ਰ ਲਵਾਉਣੀ।
ਪਹਿਲਾਂ ਕਿਹੜਾ ਤੇਰਾ ਰੰਗ ਘੱਟ ਮੁਸ਼ਕੀ ਹੈ। ਸਕੂਟਰ ਤੋਂ ਹੇਠਾਂ ਪੈਰ ਲਾਉਂਦਾ ਉਹ ਮਾਮੀ ਨੂੰ ਇੰਝ ਪੈ ਨਿਕਲਿਆ ਜਿਵੇਂ ਜ਼ਰੂਰ ਕਿਸੇ ਨਾਲ ਲੜਕਿਆ ਆਇਆ ਹੋਵੇ। ਮੇਰੇ ਪਿਓ ਦੇ ਘਰ 'ਚ ਤਾਂ ਕੋਈ ਨਜ਼ਰ ਟਪਕਾਰ ਲੱਗੀ ਹੈ ਨਹੀਂ। ਇੱਥੇ ਤੁਹਾਡੇ ਘਰ ਵਿਆਹੀ ਬਰੀ ਨੂੰ ਕਿੱਕਣ ਲੱਗ ਜੂ। ਬਿੱਗਾ 1.5 ਬਿੱਗਾ ਥਾਂ ਸੁੰਬਰ ਦੀ ਹਫੀ ਖਲੋਤੀ ਮਾਮੀ ਤਬ ਕੇ ਲਾਲ ਹੋ ਗਈ। ਸਹੁਰੇ ਕਿਸੇ ਪੱਕੀ ਜਗ੍ਹਾ ਵਰਗੇ ਹੁੰਦੇ ਜਿੱਥੇ ਕਸਰ ਮਸਰ ਹੋਣ ਦਾ ਵਾਧੂ ਡਰ ਰਹਿੰਦਾ। ਨਾਲੇ ਤੇਰੇ ਵਰਗੀਆਂ ਤਾਂਬੇ ਰੰਗੀਆਂ ਗਾਮਚੀਆਂ ਨੂੰ ਤਾਂ ਬੁਰੀ ਨਜ਼ਰ ਦੂਰੋਂ ਭੱਜ ਕੇ ਫੜਦੀ। ਮਾਮੇ ਨੇ ਦਲਵੀਰ ਕੌਰ ਦੀਆਂ ਗਿੱਟਿਆਂ ਤੋਂ ਉੱਪਰ ਦਿਸਦੀਆਂ ਸਡੌਲ ਪਿੰਨੀਆਂ ਵੱਲ ਇਸ਼ਾਰਾ ਕੀਤਾ ਕਿ ਦੋਹਾਂ ਵਿੱਚ ਲੜਾਈ ਖੜਕ ਪਈ। ਸਾਨੂੰ ਹੁਣ ਪਤਾ ਲੱਗਾ ਕਿ ਮਾਮਾ ਉਸ ਨੂੰ ਪੱਕੇ ਰੰਗ ਵਾਲੀ ਦੇ ਨਾਲ ਮਧਰੀ, ਗੁੱਠੁੱਲੀ, ਥੰਮਲੀ ਵੀ ਆਖਦਾ। ਮੈਂ ਕਿਹਾ ਤੂੰ ਆਪਣੀਆਂ ਪਿੰਜਣੀਆਂ ਇੱਥੇ ਕਿਹਨੂੰ ਦਿਖਾਉਂਦੀ ਫਿਰਦੀ ਤੀ। ਬਚਿੱਤਰ ਸਿੰਘ ਮਾਮੇ ਦੇ ਕੜਕਦੇ ਬੋਲਾਂ ਨੇ ਸਾਨੂੰ ਅੰਦਰ ਬੈਠਿਆਂ ਨੂੰ ਤੜਫਾ ਦਿੱਤਾ। ਤੇ ਇੱਥੋਂ ਬਗੈਰ ਮੈਂ ਕਿਹਨੂੰ ਦਿਖਾਉਣੀ ਹੈ। ਅਰ ਕੀ ਮਜਾਲ ਆ ਕੋਈ ਕੰਜਰ ਮੇਰੀ ਹਵਾ ਕਰਨੀ ਵੀ ਝਾਕ ਜਾਵੇ। ਮਾਮੀ ਸਿੱਧੀ ਸੂਣ ਚੁੱਕੀ ਬਿਫਰੀ ਖੜੀ ਸੀ। ਕਿਲੇ ਵਾਲਿਆਂ ਦੀ ਰੀਸ ਸਾਰੀ ਰਾਏਪੁਰ ਦੀਆਂ ਨੂੰਹਾਂ ਧੀਆਂ ਖੂਹ ਖੇਤ ਰੋਟੀ ਲੈ ਕੇ ਨਾ ਜਾਂਦੀਆਂ। ਬੇਸ਼ੱਕ ਘਰ ਦਾ ਹੋਰ ਸਾਰਾ ਕੰਮ ਧੰਦਾ ਕਰਦੀਆਂ, ਪਰ 5 ਜਮਾਤਾਂ ਪਾਸ ਮਾਮੀ ਦਲਵੀਰੋ ਨਿਸੰਗ ਵਿਹੜਾ ਸੁੰਬਰਦੀ, ਦਰਵਾਜ਼ਾ ਖੋਲ੍ਹ ਕੇ ਵੱਡੇ ਫਾਟਕ ਅੱਗੇ ਪਾਣੀ ਛਿੜਕਦੀ, ਰਸਤੇ ਦੀ ਸੰਭਰਾਈ ਵੀ ਕਰ ਦਿੰਦੀ। ਉਹ ਸਾਡੇ ਦਾਦਕਿਆਂ ਦੇ ਇਲਾਕੇ ਦੀ ਸੀ, ਜਿੱਥੇ ਔਰਤਾਂ ਖੇਤਾਂ ਵਿੱਚ ਬੰਦਿਆਂ ਦੇ ਬਰਾਬਰ ਖੇਤੀ ਕਰਵਾਉਂਦੀਆਂ। ਜੇ ਹੋਰ ਨਹੀਂ ਤਾਂ ਹਾਜ਼ਰੀ ਦੁਪਹਿਰਾ ਜਾਂ ਤੀਜਾ ਪਹਿਰ ਅੱਪੜ ਦਾ ਕਰਨ ਵੇਲੇ ਕੱਖ ਪੱਠਾ ਜ਼ਰੂਰ ਵੱਢ ਦਿੰਦੀਆਂ। ਪਰ ਚਾਵਾਂ ਮੱਤੀ ਜਿਸਮਾਨੀ ਮਸ਼ੱਕਤ ਨੂੰ ਤਰਸਦੀ ਮਾਮੀ ਦਾ ਇੰਨਾ ਕੋ ਨਿੱਤ ਕਰਮ ਸੀ ਜਿਹੜਾ ਬਚਿੱਤਰ ਸਿੰਘ ਨੂੰ ਬਿਲਕੁਲ ਸੁਖਾਉਂਦਾ ਨਹੀਂ ਸੀ। ਰਾਹੋਂ ਰਾਹ ਲੰਘਦੇ ਲੋਕ ਮਾਮੀ ਦਾ ਰੰਗ ਬੰਨ ਪਰਖਦੇ, ਦਰਵਾਜ਼ੇ ਬਹਿ ਕੇ ਮਜ਼ਾਕ ਕਰਨਗੇ। ਕਿਲੇ ਵਾਲੀ ਮਰਿਆਦਾ ਤੋਂ ਪ੍ਰਭਾਵਿਤ ਮਾਮੇ ਨੇ ਆਖਰ ਕਹਿ ਸੁਣਾਇਆ, ਓਏ ਰਹਿਣ ਦੇ ਕਾਕਾ, ਇਹਨੇ ਵਿਚਾਰੀ ਨੇ ਦੇਖ ਤਾਂ ਕਿੱਕਣ ਢੂਹੀ ਢਾਕ ਇੱਕ ਕੀਤੀ ਹੋਈ ਹੈ। ਇਹਦੀ ਸਿਫਤ ਤਾਂ ਕਿਆ ਕਰਨੀ ਤੀ, ਉਲਟਾ ਤੂੰ ਘੁਰਕਣ ਲੱਗ ਪਿਆ ਮੂਰਖਾ। ਕੰਮ ਤੋਂ ਬਗੈਰ ਬੰਦਾ ਕਾਹਦੇ ਜੋਗਾ ਹੈ। ਤੂੰ ਨੰਗ ਮਲੰਗ ਜਾਗੀਰਦਾਰਾਂ ਦੀ ਰੀਸ ਕਰਾਉਣੀ ਚਾਹੁੰਦਾ। ਫੋਕੀ ਹੈਂਕੜ 'ਚੋਂ ਉਹਨਾਂ ਰੜੇ ਰਜਵਾੜਿਆਂ ਨੇ ਖੱਟਿਆ ਕੀ ਹੈਗਾ। ਵੱਡਾ ਨਾਨਾ ਭੱਜ ਕੇ ਪਿਆ। ਉਸ ਅਨੁਸਾਰ ਹੁਣ ਜ਼ਮਾਨਾ ਬਦਲ ਚੁੱਕਾ ਸੀ। ਅੱਜ ਕੱਲ੍ਹ ਤਾਂ ਕਿਲੇ ਵਾਲੀਆਂ ਔਰਤਾਂ ਵੀ ਪੱਲਾ ਪਰਦਾ ਨਾ ਕਰਦੀਆਂ। ਦੋਸੜੇ ਘੱਗੜੇ ਪਹਿਨਣੇ ਬਹੁਤ ਦੂਰ ਰਹਿ ਗਏ ਸਨ। ਕਿਸੇ ਨੂੰਹ ਧੀ ਦਾ ਰੰਗ ਬੰਨ ਪਰਖਣ ਦੀ ਹੁਣ ਵਿਹਲ ਕਿਹਦੇ ਕੋਲ ਹੈਗੀ ਕਮਲਿਆ। ਸਾਊ ਨਾਨਾ ਆਪਣੇ ਵੱਡੇ ਭਰਾ ਦੀ ਹਾਂ ਵਿੱਚ ਹਾਂ ਮਿਲਾਉਂਦਾ ਬਾਹਰਲੇ ਗੇਟ ਕੋਲ ਆ ਪਹੁੰਚਿਆ, ਜਿੱਥੇ ਦਲਵੀਰੋ ਮਾਮੀ ਕ੍ਰੋਧ ਨਾਲ ਭਰੀ ਪੀਤੀ ਰੋਣ ਹਾਕੀ ਹੋਈ ਖੜੀ ਸੀ। ਅਸਲ ਗੱਲ ਪਤਾ ਕੀ ਹੈਗੀ ਚਾਚਾ ਜੀ, ਮਾਮੀ ਨੇ ਹਟਕੋਰਾ ਭਰਿਆ। ਇਹਨੂੰ ਮੈਂ ਉੱਕੀਓ ਪਸੰਦ ਨਹੀਂ। ਪਹਿਲੇ ਦਿਨੋਂ ਇਹੀ ਕੁਛ ਚਿਤਵਦਾ। ਅੱਜ ਤੁਹਾਡੇ ਮੂਹਰੇ ਵੱਸ ਰਿਹਾ ਪਹਿਲੀ ਵਾਰ ਹੈ। ਉਹ ਹਥਲਾ ਝਾੜੂ ਸੁੱਟ ਕੇ ਡੁਸਕਣ ਲੱਗੀ। ਉੱਪਰ ਟੰਗੀਆਂ ਮੂਹਰੀਆਂ ਉਸਨੇ ਹੁਣ ਨੀਵੀਆਂ ਛੱਡ ਦਿੱਤੀਆਂ। ਮੈਨੂੰ ਮੇਰੇ ਪਿਓਕੀ ਕੋਈ ਨਹੀਂ ਭੇਜ ਦਿੰਦੇ ਤੁਸੀਂ। ਹਟਕੋਰਿਆਂ ਹੌਕਿਆਂ ਵਾਲੇ ਹੰਝੂ ਉਸ ਦੀਆਂ ਗੱਲਾਂ ਉੱਪਰੋਂ ਘਰਾਲਾ ਬਣ ਕੇ ਵਗਣ ਲੱਗੇ। ਲੈ ਹੈ ਕਮਲੀ, ਤੇਰਾ ਆਪਣਾ ਘਰ ਦਾ ਰਹਿ ਸਾਊ। ਸੁੱਖੀ ਸੰਦੀ ਤੂੰ ਭਰਿਆ ਘਰ ਛੱਡ ਕੇ ਪਿਓਕੀ ਕਿਉਂ ਜਾਵੇਂ। ਦਰਵਾਜ਼ਿਓਂ ਬਾਹਰ ਨਿਕਲੀ ਮਿੱਠੀ ਅਮਰ ਕੌਰ ਬੋਲੀ, ਜਿਸ ਨੂੰ ਅਚਾਨਕ ਦੇਖਦਾ ਬਚਨ ਸਿੰਘ ਕੁਝ ਝੇਪ ਜਿਹੀ ਮੰਨ ਗਿਆ। 4 ਘਮੇਟਣੀਆਂ ਲੈਣ ਪਿੱਛੋਂ ਸਹੁਰਾ ਘਰ ਜਿਉਂਦੇ ਜੀ ਨਹੀਂ ਛੱਡੀਦਾ, ਉਸਨੇ ਜਿਵੇਂ ਸੁਣਾ ਕੇ ਆਖਿਆ। ਕਣਕ ਬੰਨਾ ਰੰਗ ਬੰਨ ਤਾਂ ਤੰਦਰੁਸਤੀ ਦੀ ਨਿਸ਼ਾਨੀ ਹੁੰਦਾ ਵੇ ਚੰਦਰਿਆ। ਜੇ ਧੀ ਪੁੱਤ ਅੰਦਰ ਜਾਨ ਹੋਊਗੀ, ਲਹੂ ਹੋਊਗਾ ਤਾਂ ਹੀ ਲਾਲੀ ਲਿਸ਼ਕੂਗੀ। ਵੱਡੀ ਨਾਨੀ ਵੀ ਟੁੱਟ ਕੇ ਪੈ ਗਈ। ਉਹ ਕੁਝ ਸ਼ਾਂਤ ਹੋਈ ਤਾਂ ਓਟੀਏ ਕੋਲ ਆ ਖੜੋਤੀ ਅਮਰ ਕੌਰ ਜਿਵੇਂ ਬਚਿੱਤਰ ਸਿੰਘ ਨੂੰ ਸਮਝੌਤੀਆਂ ਦੇਣ ਲੱਗੀ। ਪੀਲੀ ਭਾ ਮਾਰਦੀ ਚਮੜੀ ਤਾਂ ਡਿੱਗੜ ਬੰਦਿਆਂ ਦੀ ਹੁੰਦੀ ਕਾਕਾ, ਔਰ ਗੋਰੀਆਂ ਨਸ਼ੋ ਤੀਵੀਆਂ ਜਮਾਂ ਪੋਲੀਆਂ ਹੁੰਦੀਆਂ ਨੇ ਪਿਲਪਿਲੀਆਂ। ਤੈਂ ਵੀ ਪੁੱਠੇ ਚਾਲੇ ਕਿਉਂ ਫੜ ਲਏ ਮੂਰਖ ਮੁੰਡਿਆ। ਮਿੱਠੀ ਨਾਨੀ ਬਚਨ ਸਿੰਘ ਨੂੰ ਸੁਣਾ ਕੇ ਬੋਲੀ। ਦਲਬੀਰ ਕੌਰ ਨੇ ਇੱਕ ਵਾਰੀ ਸੁੱਟੀ ਸੂਣ ਮੁੜ ਕੇ ਨਹੀਂ ਚੁੱਕੀ। ਉਸ ਦੀ ਥਾਂ ਹੁਣ ਅਮਰ ਕੌਰ ਆਪਣੇ ਮਕਾਨ ਦਾ ਅੱਗਾ ਸੁੰਬਰਦੀ, ਬਾਹਰਲੇ ਗੇਟ ਤੱਕ ਪਾਣੀ ਛਿੜਕ ਦਿੰਦੀ। ਬਾਕੀ ਦਾ ਸਾਰਾ ਅੰਦਰ ਬਾਹਰ ਪ੍ਰੀਤਮ ਕੌਰ ਨੂੰ ਬੁਹਾਰਨਾ ਸੁਹਾਰਨਾ ਪੈਂਦਾ। ਕੋਡੀ ਹੋਈ ਰੜਕਾ ਚਲਾਉਂਦੀ ਨਾਨੀ ਦਾ ਲੱਕ ਥੱਕ ਜਾਂਦਾ, ਪਰ ਮਾਮੀ ਉੱਤੇ ਕੋਈ ਅਸਰ ਨਹੀਂ ਸੀ। ਉਹ ਰਸੋਈ ਦਾ ਭਾਂਡਾ ਟਿੰਡਾ ਸਮੇਟਦੀ ਚੁੱਪਚਾਪ ਦੇਖਦੀ ਰਹਿੰਦੀ। ਮੁੰਡਾ ਵਿਆਹੇ ਦਾ ਸਾਡੀ ਲਾਣੇਦਾਰੀ ਨੂੰ ਕਿਹੜਾ ਫਾਇਦਾ ਹੋਇਆ ਭਾਈ ਦਲਵੀਰ ਕੁਰੇ, ਜਦ ਲੇਖਾ ਦਾ ਅਜੇ ਵੀ ਇਸੇ ਨੂੰ ਦੇਣਾ ਪੈਂਦਾ। ਲੋਕਾਂ ਦੀਆਂ ਨੂੰਹਾਂ ਫਰਨ ਸਾਰੇ ਕੰਮ ਕਰਦੀਆਂ, ਭਮੀਰੀ ਬਣੀਆਂ ਫਿਰਦੀਆਂ। ਸਾਊ ਨਾਨੇ ਨੇ ਇੱਕ ਸਵੇਰ
ਆਪਣੀ ਵੱਡੀ ਭਰਜਾਈ ਨਾਲ ਹਮਦਰਦੀ ਦਿਖਾਉਂਦਿਆਂ ਆਤਮਾ ਸਿੰਘ ਅਕਾਲੀ ਦੀਆਂ ਨੂੰਹਾਂ ਵੱਲ ਇਸ਼ਾਰਾ ਕੀਤਾ। ਕਿਸੇ ਹੱਲਾਸ਼ੇਰੀ ਦੇ ਸਹਾਰੇ ਹੀ ਉੱਡਿਆ ਜਾਂਦਾ ਚਾਚਾ ਜੀ। ਜੇ ਕੋਈ ਤੁਹਾਡੇ ਕੰਮ ਦੀ ਕਦਰ ਕਰੇ ਤਾਂ ਹੀ ਕੰਮ ਕਰਨਾ ਸੋਭਦਾ। ਹੁਣ ਜੇ ਅਗਲਾ ਮੂਹਰਿਓਂ ਆ ਕੇ ਤੁਹਾਡਾ ਹੱਥ ਫੜ ਲੂ ਫਿਰ ਫਿਰਕੀ ਬਣ ਕੇ ਕਿਹੜਾ ਘੁੰਮ ਲਊ। ਵਿਹੜੇ ਵਿੱਚ ਆਈ ਦਲਵੀਰ ਕੌਰ ਨੇ ਨਿਹੋਰੇ ਨਾਲ ਆਖਿਆ, ਤੇਰੇ ਹੱਥ ਟੁੱਟ ਗਏ? ਤੇਥੋਂ ਨਹੀਂ ਸੰਭਰ ਹੁੰਦਾ ਜਿਹੜਾ ਵੱਡੀ ਭਾਬੀ ਦਾ ਇੰਨਾ ਤਿਉ ਦਿਖਾਉਂਦਾ। ਨੀਵੀਂ ਕੰਧ ਉੱਪਰੋਂ ਝਾਕਦੀ ਮਿੱਠੀ ਨਾਨੀ ਨੇ ਤੁਣਕਾ ਮਾਰਿਆ। ਲਾਣੇਦਾਰ ਨੇ ਦਾ ਕੁਛ ਲੱਗਦਾ ਨਾ ਹੋਵੇ। ਅਮਰ ਕੌਰ ਦੀ ਬੁੜਬੁੜ ਜਾਰੀ ਰਹੀ। ਸ਼ਾਇਦ ਇਸ ਚਾਰ ਦੀਵਾਰੀ ਅੰਦਰ ਉਸਨੂੰ ਇਕੱਲੀ ਨੂੰ ਦਲਵੀਰ ਕੌਰ ਨਾਲ ਸਭ ਤੋਂ ਵੱਧ ਹਮਦਰਦੀ ਸੀ। ਵਿਦਾ ਹੋ ਕੇ ਢੀਂਡਸੇ ਜਾਣ ਤੋਂ ਸਹੀ 2 ਮਹੀਨੇ ਮਗਰੋਂ ਖੁਸ਼ਖਬਰੀ ਦੇ ਨਾਲ ਲਾਗੀ ਭੇਲੀ ਲੈ ਆਇਆ। ਵੱਡੇ ਮਾਮੇ ਦੇ ਘਰ ਮੁੰਡਾ ਜੰਮਿਆ ਸੀ। ਸਾਡੇ ਨਾਨਕੇ ਪਰਿਵਾਰ ਦੀ ਬੇਲ ਵਧੀ ਸੀ, ਜੜ ਲੱਗੀ ਸੀ। ਵੱਡੇ ਨਾਨੇ ਦਾ ਸੁਪਨਾ ਸਾਕਾਰ ਹੋਇਆ ਸੀ। ਜਿਹੜੀ ਝਾਕੀ ਉਹ ਸੌਂਦਾ ਜਾਗਦਾ ਬਚਿੱਤਰ ਸਿੰਘ ਦੇ ਵਿਆਹ ਤੋਂ ਕਈ ਸਾਲ ਪਹਿਲਾਂ ਤੋਂ ਚਿਤਬਦਾ ਚਿਤਾਰਦਾ ਆਇਆ ਸੀ। ਜਦੋਂ ਇੱਕ ਵਾਰੀ ਉਸ ਨੂੰ ਸੁਪਨੇ ਵਿੱਚ ਉਸ ਦੀ ਆਪਣੀ ਮੌਤ ਦਿਖਾਈ ਦੇ ਗਈ ਸੀ। ਗੱਲ ਜਾਣੀ ਦੀ ਸੁਪਨੇ ਦੀ ਹੈ। ਰਾਤ ਮੈਂ ਪੂਰਾ ਹੋ ਗਿਆ। ਬਚਿੱਤਰ ਸਿਆਂ ਤਾਂ ਕੀ ਦੇਖਦਾ ਹੈ ਬਈ ਗੁੰਮਸੁੰਮ ਸਾਰੇ ਬੈਠੇ ਨੇ, ਕਾਨੀਆਂ ਦਾ ਇੰਤਜ਼ਾਰ ਕਰਦੇ ਹੋਣਗੇ। ਉਡੀਕ ਕੇ ਮੈਨੂੰ ਨਲਾ ਧਵਾ ਕੇ ਅਰਥੀ 'ਤੇ ਪਾਉਂਦੇ ਨੇ। ਮੈਂ ਸਭ ਕੁਝ ਦੇਖੀ ਜਾਂਦਾ। 4 ਜਣੇ ਮੈਨੂੰ ਚੱਕਣ ਲੱਗਦੇ ਨੇ ਤਾਂ 15-16 ਸਾਲਾਂ ਦਾ ਨਸੂੜੀਆ ਪੱਗ ਵਾਲਾ ਇੱਕ ਘਬਰੀਟ ਮੁੰਡਾ ਦੂਰੋਂ ਰੌਲਾ ਪਾਉਂਦਾ ਭੱਜਿਆ ਆਉਂਦਾ, ਹਟੋ ਪਿੱਛੇ ਸਾਰੇ ਜਣੇ, ਆਪਣੇ ਬਾਬਾ ਜੀ ਦਾ ਮੂਰਲਾ ਕਾਨੀ ਤਾਂ ਮੈਂ ਹੀ ਲੱਗੂੰਗਾ। ਨਾਨਾ ਚਰਨ ਸਿੰਘ ਨੇ ਇਹ ਸੁਪਨਾ ਅਣਗਿਣਤ ਵਾਰੀ ਬਾਚਿਆ ਵਿਚਾਰਿਆ ਅਤੇ ਸਾਨੂੰ ਸਾਰਿਆਂ ਨੂੰ ਸੁਣਾਇਆ ਵੀ ਸੀ। ਜਦ ਮੈਂ ਮਰੂੰਗਾ ਤੁਸੀਂ ਦੇਖ ਪਰਖ ਲਿਓ। ਬੇਸ਼ੱਕ ਦੀ ਤਾਂ 15-16 ਸਾਲਾਂ ਦਾ ਮੇਰਾ ਜੇਠਾ ਪੋਤਾ ਜ਼ਰੂਰ ਕਾਨੀ ਲੱਗੂਗਾ। ਨਾਨਾ ਹੁੱਬ ਕੇ ਦੱਸਦਾ। ਬਚਿੱਤਰ ਸਿੰਘ ਦੇ ਵਿਆਹ ਤੋਂ ਪਹਿਲਾਂ ਵੀ ਇਹੀ ਭਵਿੱਖਬਾਣੀ ਕਰਦਾ, ਭਾਵੇਂ ਉਸ ਦੀ 77 ਵਰ੍ਹਿਆਂ ਦੀ ਕੁੱਲ ਉਮਰ ਵਾਲਾ ਕਿਆਫਾ ਹੁਸ਼ਿਆਰਪੁਰੀਏ ਪੰਡਤ ਨੇ ਮਗਰੋਂ ਲਾਇਆ ਸੀ। ਇੱਧਰ ਵੱਡੇ ਨਾਨੇ ਦੇ 70 ਵਰ੍ਹੇ ਪੂਰੇ ਹੋਏ, ਉੱਧਰ ਉਸ ਦੀ ਤੀਜੀ ਪੀੜ੍ਹੀ ਦਾ ਜਾਨਸ਼ੀਨ ਢੀਂਡਸੇ ਪਿੰਡ ਵਿੱਚ ਆ ਪ੍ਰਗਟ ਹੋਇਆ। ਸੋ ਨਾਨੇ ਵੱਲੋਂ ਅਗਲੇ ਜਨਮ ਦੀ ਉਡੀਕ ਹੁਣ ਹੋਰ ਤੀਬਰਤਾ ਨਾਲ ਹੋਣ ਲੱਗੀ। ਥੋੜ੍ਹਾ ਹੀ ਅਰਸਾ ਰਹਿ ਗਿਆ ਹੁਣ ਤਾਂ ਸਾਡਾ, ਆਉਣ ਦਿਓ ਜੇਠ ਮਹੀਨੇ ਨੂੰ। ਔਰ ਹੋਰ 5-7 ਸਾਲਾਂ ਨੂੰ ਆਪਾਂ ਨੇ ਪੋਤੇ ਅਨੂਪ ਸਿੰਘ ਦੇ ਹੱਥੀਂ ਵਿਦਾ ਹੋ ਕੇ ਬਿੰਦ ਝੰਟ 'ਚ ਮਥੁਰਾ ਜਾ ਉਤਰਨਾ। ਸਾਡੇ ਨਾਨੇ ਦਾ ਵਿਸ਼ਵਾਸ ਅਟੱਲ ਸੀ। ਉਸ ਦੀਆਂ ਲਗਾਤਾਰ ਸੁਣਦਾ ਸਾਊ ਨਾਨਾ ਇੱਕ ਰਾਤ ਮੁਸਕੜੀਆਂ ਹੱਸਿਆ। ਜੇ ਭਲਾ ਮੰਨ ਵੀ ਲਈਏ ਬਈ ਬਾਹਮਣ ਸੱਚ ਬੋਲਦਾ ਤਾਂ ਬਾਰ-ਬਾਰ ਦੇਖੇ ਤੇਰੇ ਸੁਪਨੇ ਦਾ ਕੀ ਬਣੂ। ਵੱਡੇ ਭਾਈ ਤੂੰ ਕਹਿੰਦਾ ਹੁੰਦਾ ਬਈ ਸੁਪਨੇ ਜਿਹੜਾ ਮੁੰਡਾ ਤੇਰਾ ਕਾਨੀ ਲੱਗਦਾ ਉਹ 15-16 ਸਾਲਾਂ ਦਾ ਹੈਗਾ, ਪਰ ਆਪਣਾ ਅਨੂਪ ਸਿੰਘ ਤਾਂ ਹਾਲੇ ਉਸ ਹਿਸਾਬ ਨਾਲ ਖਾਸਾ ਨਿਆਣਾ ਨਹੀਂ। ਤੇਰੇ 15-16 ਵਰਸ ਭਲਾ ਕਿੱਦਣ ਆਏ? ਸਾਊ ਨਾਨੇ ਨੇ ਆਖਰ ਜਰਾ ਕੀਤੀ। ਚਰਨ ਸਿੰਘ ਕੋਲ ਕੋਈ ਜਵਾਬ ਨਹੀਂ ਸੀ। ਇੱਕ ਨਹੀਂ ਪੂਰੇ 8 ਵਰ੍ਹਿਆਂ ਦਾ ਅੰਤਰ ਸੀ। ਉਹ ਚੁੱਪ ਕੁੜਪ ਬੈਠਾ ਸੋਚੀ ਪਿਆ, ਆਪਣੇ ਛੋਟੇ ਭਰਾ ਵੱਲ ਦੇਖਦਾ ਮੁਸਕਰਾਉਂਦਾ ਰਿਹਾ। ਸਿੱਖ ਨੇ ਆਖਰ ਉਸ ਨੂੰ ਉਹਦੇ ਆਪਣੇ ਜੋੜ ਘਟਾਓ ਵਿੱਚ ਉਲਝਾ ਲਿਆ ਸੀ। ਹਾਲੇ ਉਹ 17 ਦਾ ਹੋਇਆ ਸੀ। ਪੰਡਤ ਦੇ ਦੱਸਣ ਅਨੁਸਾਰ ਪੂਰੇ 77 ਸਾਲ ਉਸ ਦੇ ਲੇਖਾਂ ਵਿੱਚ ਲਿਖੇ ਸਨ। ਇਸ ਹਿਸਾਬ ਨਾਲ 7 ਵਰ੍ਹਿਆਂ ਨੂੰ ਉਸ ਦਾ ਇਸ ਜਹਾਨੋਂ ਕੂਚ ਕਰਨਾ ਬਣਦਾ। ਪਰ 7 ਸਾਲਾ ਅਨੂਪ ਸਿੰਘ ਉਸ ਦੀ ਅਰਥੀ ਨੂੰ ਮੋਢਾ ਕਿਵੇਂ ਦੇਵੇਗਾ? ਬੱਲੇ ਓਏ ਸਿੱਖਾ, ਆ ਤਾਂ ਪੂਰੇ ਪਤੇ ਦੀ ਗੱਲ ਕੀਤੀ ਹੈ ਬਈ। ਮੰਨ ਗਏ ਬਈ, ਤੈਂ ਮੂਹਰਿਓਂ ਘੇਰ ਕੇ ਬਾਂਗੜੀ ਪਾਈ ਹੈ। ਅਖੀਰ ਹੱਥ ਖੜੇ ਕਰਦਿਆਂ ਵੱਡੇ ਨਾਨੇ ਨੇ ਉੱਚੀ ਆਖਿਆ, ਬਈ ਪਰ ਤੂੰ ਇੱਕ ਹੋਰ ਗੱਲ ਸੁਣ। ਜੋਤਿਸ਼ ਨਾਂ ਹੈ ਵਿਚਾਰ ਦਾ। ਉਸ ਨੂੰ ਨਵਾਂ ਫੁਰਨਾ ਫੁਰਿਆ। ਪਹਿਲੀ ਵਾਰ ਉਸਨੇ ਸਹਿਣਸ਼ੀਲਤਾ ਅਖਤਿਆਰ ਕੀਤੀ। ਬਾਹਮਣ ਦੇ ਦੱਸੇ 7 ਉੱਪਰ 17 ਸਾਲਾਂ ਵਿੱਚ ਤੂੰ 10 ਹੋਰ ਜੋੜ ਲੈ। ਜ਼ਰੂਰ ਉਹਨੂੰ ਭੁਲੇਖਾ ਪਿਆ ਹੋਊ। ਮੈਂ 87 ਦਾ ਹੋ ਕੇ ਮਰੂੰਗਾ, ਫੇਰ ਤਾਂ ਲੋਟ ਰਹੂਗਾ ਨਾ। ਵੱਡਾ ਨਾਨਾ ਉੱਭੜਿਆ। ਉਹ ਉਡੀਕੇਗਾ, ਨਸੂੜੀਆ ਪਗੜੀ ਵਾਲੇ ਪੋਤਰੇ ਅਨੂਪ ਸਿੰਘ ਨੂੰ ਉਡੀਕੇਗਾ, ਜਿਹੜਾ ਸਹੀ 17 ਵਰ੍ਹਿਆਂ ਦਾ ਹੋ ਕੇ ਉਸ ਦੀ ਮ੍ਰਿਤਕ ਦੇਹ ਨੂੰ ਮੋਢਾ ਦੇਵੇਗਾ। ਇੰਜ ਚਰਨ ਸਿੰਘ ਨੇ ਉਸ ਦਿਨ ਇੱਕ ਹੋਰ ਸੁਪਨਾ ਸਿਰ 'ਚ ਲਿਆ।
ਪਰ ਅਜੇ ਤਾਂ ਉਸ ਨੂੰ ਆਪਣੇ ਨੰਨੇ ਮੁੰਨੇ ਪੋਤਰੇ ਨੂੰ ਰਾਏਪੁਰ ਲਿਆਉਣ ਦੀ ਕਾਹਲੀ ਸੀ। ਜਵਾਕ ਨੂੰ ਬਾਹਲੀ ਦੇਰ ਨਾਨਕੀ ਨਹੀਂ ਛੱਡੀ ਦਾ। ਬਚਿੱਤਰ ਸਿਆ ਉਹ ਨਾਨਕੂ ਬਣ ਜਾਂਦਾ, ਦਾਦਕਿਆਂ ਵਰਗਾ ਨਹੀਂ ਰਹਿੰਦਾ। ਉਸ ਦਾ ਆਪਣਾ ਤਰਕ ਸੀ। ਮਨ ਖਰਾਬ ਹੋ ਗਿਆ।